ਨਮਸਕਾਰ ਦੇਸ਼ ਦੁਨੀਆ ਵਿੱਚ ਐਸਡੀਟੀਵੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸ ਪ੍ਰੋਗਰਾਮ ਭਖਦੇ ਮੁੱਦੇ। ਵੈਸੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਹੜੇ ਇਸ ਵਕਤ ਭਖੇ ਹੋਏ ਨੇ ਕਿਉਂਕਿ ਚੁਣਾਵੀ ਦੌਰ ਜਿਹੜਾ ਸ਼ੁਰੂ ਹੋਣ ਵਾਲਾ ਹੈ ਤੇ ਬਹੁਤ ਸਾਰੇ ਮੁੱਦੇ ਜਿਹੜੇ ਉੱਭਰ ਕੇ ਸਾਹਮਣੇ ਆਣਗੇ। ਲੇਕਿਨ ਇੱਕ ਅਜਿਹਾ ਮੁੱਦਾ ਜਿਹੜਾ ਪਿਛਲੇ 15-20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ ਤੇ ਜਿਸ ਦੇ ਉੱਤੇ ਨਾ ਕੋਈ ਸਰਕਾਰ ਤੇ ਨਾ ਕੋਈ ਪ੍ਰਸ਼ਾਸਨ ਕੋਈ ਵੀ ਆਪਣਾ ਯੋਗਦਾਨ ਪਾ ਰਿਹਾ ਜਾਂ ਕੋਈ ਵੀ ਉਹਦੇ ਉੱਤੇ ਚੈੱਕ ਆਊਟ ਕਰ ਰਿਹਾ ਹੈ, ਉਹ ਮੁੱਦਾ ਇੱਕ ਵਾਰ ਫਿਰ ਬਹੁਤ ਜ਼ਿਆਦਾ ਭਖ ਗਿਆ ਹੈ। ਉਹ ਮੁੱਦਾ ਹੈ ਮਾਈਨਿੰਗ ਦਾ ਮੁੱਦਾ। ਰੋਪੜ ਜ਼ਿਲ੍ਹੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਆਸ-ਪਾਸ ਪਠਾਨਕੋਟ, ਲੁਧਿਆਣਾ ਤੇ ਜਲੰਧਰ ਅਜਿਹੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਇਹ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ। ਕੌਣ ਕਰਦਾ ਹੈ ਇਹ ਮਾਈਨਿੰਗ? ਸਰਕਾਰ ਅਗਰ ਥੋੜ੍ਹੀਆਂ ਚੀਜ਼ਾਂ ਅਲਾਟ ਕਰਦੀ ਹੈ, ਥੋੜ੍ਹੀਆਂ ਜਗ੍ਹਾਵਾਂ ਅਲਾਟ ਕਰਦੀ ਹੈ ਤਾਂ ਫਿਰ ਇਹ ਇੰਨੀ ਨਾਜਾਇਜ਼ ਮਾਈਨਿੰਗ ਕਿਸ ਤਰ੍ਹਾਂ ਹੋ ਜਾਂਦੀ ਹੈ? ਕੀ ਸਰਕਾਰ ਅੱਖਾਂ ਮੂੰਦ ਕੇ ਸਿਰਫ ਤੇ ਸਿਰਫ ਦਰਸ਼ਕ ਬਣ ਕੇ ਇਸ ਨੂੰ ਦੇਖਣਾ ਚਾਹੁੰਦੀ ਹੈ? ਕਿਉਂ ਨਹੀਂ ਉਹਨਾਂ ਲੋਕਾਂ ਬਾਰੇ ਸੋਚਦੀ ਜਿਹੜੇ ਜਿੱਥੋਂ ਇਹ ਮਾਈਨਿੰਗ ਹੋ ਰਹੇ ਨੇ ਉੱਥੇ ਰਹਿੰਦੇ ਨੇ? ਉਹ ਕਿਉਂ ਪ੍ਰਦਰਸ਼ਨ, ਧਰਨੇ ਤੇ ਰੈਲੀਆਂ ਕਰਨ ਲਈ ਮਜਬੂਰ ਹੁੰਦੇ ਨੇ? ਅੱਜ ਕੱਲ੍ਹ ਅਨੰਦਪੁਰ ਸਾਹਿਬ ਦੇ ਨਜ਼ਦੀਕ ਐਲਗਰਾਂ ਪਿੰਡ ਦੇ ਵਿੱਚ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਹੈ ਜਦੋਂ ਉੱਥੋਂ ਦੇ ਵਸਨੀਕ ਨਜਾਇਜ਼ ਮਾਈਨਿੰਗ ਦੇ ਵਿਰੁੱਧ ਇਕੱਠੇ ਹੋ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਤੇ ਸਰਕਾਰ ਨਾਲ ਟਕਰਾਅ ਦੀ ਸਥਿਤੀ ਦੇ ਵਿੱਚ ਆ ਗਏ ਨੇ। ਕੀ ਹੈ ਸਥਿਤੀ? ਕੀ ਹੈ ਮਾਈਨਿੰਗ? ਕਿਉਂ ਹੁੰਦੀ ਹੈ ਮਾਈਨਿੰਗ? ਕੌਣ ਕਰ ਰਿਹਾ ਮਾਈਨਿੰਗ? ਕੌਣ ਕਰਵਾ ਰਿਹਾ ਮਾਈਨਿੰਗ? ਇਹਦਾ ਹੱਲ ਕੀ ਹੈ? ਬਹੁਤ ਸਾਰੇ ਇਸ ਮੁੱਦੇ ਦੇ ਵਿੱਚ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਹਰੇਕ ਦਰਸ਼ਕ ਚਾਹੇਗਾ ਕਿ ਇਹਦਾ ਹੱਲ ਜਾਂ ਇਸ ਦੇ ਜਵਾਬ ਇਹਨਾਂ ਸਵਾਲਾਂ ਦੇ ਜ਼ਰੂਰ ਮਿਲਣ। ਤੇ ਅਸੀਂ ਇੱਕ ਅਜਿਹੀ ਸ਼ਖਸੀਅਤ ਨੂੰ ਆਪਣੇ ਨਾਲ ਜੋੜਿਆ ਜਿਹੜੇ ਸਾਰੇ ਸਵਾਲਾਂ ਦਾ ਸਾਡਿਆਂ ਦਾ ਜਵਾਬ ਦੇਵੇਗੀ, ਜਿਹੜੇ ਪਿਛਲੇ 25 ਸਾਲ ਤੋਂ 20 ਸਾਲ ਤੋਂ 15 ਸਾਲ ਤੋਂ ਇਸ ਨਜਾਇਜ਼ ਮਾਈਨਿੰਗ ਦੇ ਵਿਰੁੱਧ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆਏ। ਇਸ ਇਲਾਕੇ ਦੀ ਸ਼ਖਸੀਅਤ ਹੈ ਟਿੱਕਾ ਯਸ਼ਵੀਰ ਚੰਦ ਜੀ। ਟਿੱਕਾ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਐਸਡੀਟੀਵੀ ਪ੍ਰਾਈਮ ਤੇ ਸਵਾਗਤ ਹੈ ਜੀ। ਤੁਹਾਡਾ ਜੀ ਡਾਵਰਾ ਜੀ ਔਰ ਐਸਡੀਟੀਵੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਸ ਇੰਪੋਰਟੈਂਟ ਬਹੁਤ ਹੀ ਮਹੱਤਵਪੂਰਨ ਮੁੱਦੇ 'ਤੇ ਅੱਜ ਚਰਚਾ ਕਰਨ ਵਾਸਤੇ ਮੈਨੂੰ ਆਪਣੇ ਸਟੂਡੀਓ 'ਚ ਸੱਦਿਆ। ਤੁਹਾਡੇ ਦਰਸ਼ਕਾਂ ਦਾ ਤੇ ਤੁਹਾਡਾ ਬਹੁਤ 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 ਧੰਨਵਾਦ ਤੁਹਾਡਾ ਵੀ ਟਿੱਕਾ ਜੀ, ਕਿਉਂਕਿ ਤੁਸੀਂ ਆਏ ਹੋ ਤੇ ਅਸੀਂ ਗੱਲਬਾਤ ਦੀ ਸ਼ੁਰੂਆਤ ਹੀ ਇਸ ਤਰ੍ਹਾਂ ਕਰਾਂਗੇ। ਤੁਸੀਂ ਬੜੀ ਦੇਰ ਤੋਂ ਝੰਡਾ ਜਿਹੜਾ ਹੈ ਉਹ ਚੱਕਿਆ ਹੋਇਆ ਹੈ ਇਸ ਮਾਈਨਿੰਗ ਦੇ ਵਿਰੁੱਧ। ਪਹਿਲੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਵੀ ਇਹ ਪੂਰਾ ਮਸਲਾ ਕੀ ਹੈ? ਕਿਉਂ ਮਤਲਬ ਤੁਸੀਂ ਵਿਰੋਧਤਾ ਦੇ ਉੱਤੇ ਆ ਜਾਂਦੇ ਹੋ? ਕਿਉਂ ਮਤਲਬ ਤੁਸੀਂ ਜਾ ਕੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਮੋਹਰੀ ਹੋ ਕੇ ਬੈਠਦੇ ਹੋ? ਵੀ ਕੀ ਇਹ ਆਖਰ ਮੁੱਦਾ ਕੀ ਹੈ? ਹਾਲੇ ਡਾਵਰਾ ਜੀ, ਪਹਿਲਾਂ ਤਾਂ ਮੈਂ ਇੱਕ ਚੀਜ਼ ਇੱਥੇ ਸਪਸ਼ਟ ਕਰਦਾ ਜੀ। ਮੈਂ ਜਾਂ ਹੋਰ ਮੇਰੇ ਵਰਗੇ ਹੋਰ ਸਾਥੀ ਜਾਂ ਹੋਰ ਜਿਹੜੇ ਬੰਦੇ ਇਸ ਇਸ਼ੂ ਨੂੰ ਲੈ ਕੇ ਐਡੇ ਜਿਹੜੇ ਵਿਰੋਧ ਦੇ ਉੱਤੇ ਉਤਰੇ ਹੋਏ ਨੇ, ਬਿਲਕੁਲ ਨਾ ਤਾਂ ਅਸੀਂ ਡਿਵੈਲਪਮੈਂਟ ਦੇ ਖਿਲਾਫ ਹਾਂ, ਬਿਲਕੁਲ ਨਹੀਂ, ਠੀਕ ਹੈ ਜੀ, ਔਰ ਨਾ ਅਸੀਂ ਜਾਇਜ਼ ਮਾਈਨਿੰਗ ਦੇ ਖਿਲਾਫ ਜੀ, ਪਰ ਅਸੀਂ ਨਾਜਾਇਜ਼ ਮਾਈਨਿੰਗ ਔਰ ਇਸ ਨਾਜਾਇਜ਼ ਮਾਈਨਿੰਗ ਦੀ ਆੜ ਦੇ ਵਿੱਚ ਜੋ ਇਲਾਕੇ ਦੇ ਸਰੋਤਾਂ ਦੇ ਨਾਲ, ਜੋ ਇਲਾਕੇ ਦੇ ਰਿਸੋਰਸਿਸ ਦੇ ਨਾਲ ਲੁੱਟ ਖਸੁੱਟ ਔਰ ਬਹੁਤ ਕੁਝ ਹੋ ਰਿਹਾ ਜੀ, ਉਸ ਤੋਂ ਅਸੀਂ ਵਿਰੋਧ ਜੀ। ਜੇ ਇਹ ਜਾਇਜ਼ ਮਾਈਨਿੰਗ ਹੁੰਦੀ ਜੀ, ਅਸੀਂ ਇਸ ਦੇ ਬਿਲਕੁਲ ਖਿਲਾਫ ਨਹੀਂ ਹੁੰਦੇ ਜੀ। ਪਰ ਇਹ ਸਾਰਾ ਆਪਰੇਸ਼ਨ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਬਿਜ਼ਨਸ ਕਾਰੋਬਾਰ ਐਸੇ ਹੁੰਦੇ ਨੇ ਜਿਨ੍ਹਾਂ ਵਿੱਚ 10% ਕਿਸੇ ਦੇ ਵਿੱਚ, ਕਿਸੇ 'ਚ 20%, ਕਿਸੇ 'ਚ 50%, 2 ਨੰਬਰ ਦਾ ਕੰਮ ਹੁੰਦਾ ਜਾਂ ਝੂਠ ਹੇਰਾ ਫੇਰੀ ਦਾ ਕੰਮ ਹੁੰਦਾ। ਮਾਈਨਿੰਗ ਦਾ ਮੁੱਦਾ ਇੱਕ ਐਸਾ ਵਪਾਰ ਹੈ ਜਿਹੜਾ 100% ਝੂਠ ਔਰ 2 ਨੰਬਰ। ਤੁਸੀਂ ਕਿਹਾ ਜਾਇਜ਼ ਦੇ ਖਿਲਾਫ ਨਹੀਂ ਹੈਗੇ ਆ, ਅਸੀਂ ਨਜਾਇਜ਼ ਦੇ ਖਿਲਾਫ ਹੈਗੇ ਆ। ਤੁਸੀਂ ਕਿਸ ਤਰ੍ਹਾਂ ਪੈਮਾਨਾ ਖਾਓ ਵੀ ਇਹ ਜਾਇਜ਼ ਹੈ ਨਾਜਾਇਜ਼ ਹੈ? ਕੀ ਹੈ ਇਹਦਾ ਪੈਮਾਨਾ? ਗੱਲ ਇਹ ਹੈ ਜੀ, ਪਹਿਲਾਂ ਵੀ ਮੈਂ ਤੁਹਾਨੂੰ 20 ਸਾਲ ਪਿੱਛੇ ਲੈ ਕੇ ਚੱਲਦਾ ਜੀ, ਜਾਂ ਉਸ ਤੋਂ ਵੀ ਪਿੱਛੇ। ਬਿਲਕੁਲ। ਜਦੋਂ ਬਰਸਾਤਾਂ ਤੋਂ ਬਾਅਦ ਸਵਾਂ ਦਰਿਆ ਦਾ ਪਾਣੀ ਉਤਰ ਜਾਂਦੇ ਸੀਗੇ ਜੀ, ਉਸ ਵੇਲੇ ਮਹਿਕਮਾ ਜਿਹੜਾ ਸੀ ਡਰੇਨੇਜ ਵਾਲਾ ਜਾਂ ਦੂਸਰਾ, ਉਹ ਦੇਖਦੇ ਹੁੰਦੇ ਸੀ ਭਈ ਜਿਹੜਾ ਮਟੀਰੀਅਲ ਹੈ, ਪੱਥਰ ਜਾਂ ਛੋਟਾ ਜਿਹੜਾ ਗਟਕਾ ਹੈ ਉਹ ਕਿੱਥੇ ਹੈ ਜੀ। ਉਹ ਉੱਥੇ ਦੇਖ ਕੇ ਉਹਨਾਂ ਪਿੰਡਾਂ ਦੇ ਵਿੱਚ ਲੋਕਲ ਲੈਵਲ 'ਤੇ ਉਹਨਾਂ ਦੀ ਉਹ ਨਿਲਾਮੀ ਕਰ ਦਿੰਦੇ ਸਨ, ਜਿੱਥੇ ਲੋਕੀ ਆਮ ਤੁਸੀਂ ਦੇਖੋ ਬੇਲਿਆਂ ਦੇ ਵਿੱਚ, ਸਾਡੇ ਸਵਾਂ ਦੇ ਵਿੱਚ ਛਾਣਨੇ ਲੱਗੇ ਹੁੰਦੇ ਸੀ। ਜਿਹਨੂੰ ਬਜਰੀ ਚਾਹੀਦੀ ਹੁੰਦੀ ਸੀ ਉਹ ਉਹਨਾਂ ਛਾਣਨਿਆਂ ਤੋਂ ਜਾਂ ਉਹਨਾਂ ਠੇਕੇਦਾਰਾਂ ਤੋਂ ਲੈ ਲੈਂਦਾ। ਬਿਲਕੁਲ। ਹੌਲੀ 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 2002 ਤੋਂ 7 ਦੇ ਵਿੱਚ ਜੀ, ਜਿਸ ਵੇਲੇ ਪਹਿਲੀ ਵਾਰੀ ਕਾਂਗਰਸ ਦੀ ਸਰਕਾਰ ਜਿਹੜੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬਣੀ ਹੈ, ਉਸ ਵੇਲੇ ਇਹ ਬਜਾਏ 1-1 2-2 ਖੱਡਾਂ ਦੇ ਕਰਨ ਦੇ
ਜੀ ਇਹ ਜ਼ਿਲ੍ਹਿਆਂ ਦੇ ਮੁਤਾਬਕ ਇਹਨਾਂ ਦੀਆਂ ਬੋਲੀਆਂ ਹੋਣੀਆਂ ਸ਼ੁਰੂ ਹੋਈਆਂ। ਠੀਕ ਹੈ ਇਹ ਜਿਹੜਾ ਆਰਗੇਨਾਈਜ਼ਡ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਕੰਮ ਸੀ, ਜੀ ਉਹ ਇਹਨਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਔਰ ਫਿਰ ਇਹਨਾਂ ਦੇ ਵਿੱਚ ਰਾਇਲਟੀਆਂ ਲੱਗਣੀਆਂ ਸ਼ੁਰੂ ਹੋਈਆਂ। ਜੀ ਜਿੱਥੇ ਤੱਕ ਮੈਨੂੰ ਯਾਦ ਪੈਂਦਾ, ਸਾਡੇ ਇਲਾਕੇ ਦੇ ਵਿੱਚ ਕੋਈ ਸਟੋਨ ਕ੍ਰਸ਼ਰ ਜਿਹੜਾ ਸੀ 2000 ਤੱਕ ਨਹੀਂ ਸੀ ਜੀ। ਪਹਿਲਾ ਜਿਹੜਾ ਸਟੋਨ ਕ੍ਰਸ਼ਰ ਹੈ ਉਹ ਖੇੜੇ ਦੇ ਵਿੱਚ, ਜੇ ਮੇਰੀ ਯਾਦਦਾਸ਼ਤ ਮੈਨੂੰ ਸਹੀ ਕਰਦੀ ਹੈ ਤਾਂ ਉਹ 2007 ਜਾਂ 8 ਦੇ ਵਿੱਚ ਲੱਗਾ ਜੀ। ਮੈਂ ਬੜਾ ਹੈਰਾਨ ਸੀ ਕਿ ਵੀ ਇਹ ਜਿਹੜੇ ਪੱਥਰ ਹੈ, ਜਿਹੜਾ ਗੋਲ ਪੱਥਰ ਜਿਹੜਾ ਨਦੀ ਦੇ ਵਿੱਚ ਤੁਹਾਨੂੰ ਦਰਿਆ 'ਚ ਮਿਲਦਾ, ਬਿਲਕੁਲ, ਕਿ ਇਹ ਕੰਸਟਰਕਸ਼ਨ ਦੇ ਲਈ ਅੱਛਾ ਨਹੀਂ ਗਿਣਿਆ ਜਾਂਦਾ ਜੀ। ਆਮ ਤੌਰ ਪਰ ਜਿਹੜਾ ਸਾਡੇ ਜਿਹੜੇ ਪੁਰਾਣੇ ਕ੍ਰਸ਼ਰ ਲੱਗੇ ਹੋਏ ਸੀਗੇ ਭਰਤਗੜ੍ਹ ਵਗੈਰਾ ਤੋਂ, ਉਹਨਾਂ ਨੂੰ ਪੱਥਰ ਜਿਹੜਾ ਸੀ ਉਹ ਹਿਮਾਚਲ ਤੋਂ ਵੱਡਾ ਪੱਥਰ ਆਉਂਦਾ ਸੀ, ਜਿਹਦੀ ਤੋੜੀ ਵੀ ਰੋੜੀ ਜਿਹੜੀ ਹੁੰਦੀ ਸੀ। ਪਰ ਹੌਲੀ ਹੌਲੀ ਪਿਛਲੇ ਤੁਸੀਂ ਦੇਖ ਲਓ 12-13 ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ 200 ਤੇ ਉੱਪਰ ਕ੍ਰਸ਼ਰ ਲੱਗ ਗਿਆ ਜੀ। ਔਰ ਸਾਰਾ ਜਿਹੜਾ ਇਲਾਕਾ ਹੈ ਉਹ ਇਹਨਾਂ ਨੇ ਪੁੱਟ ਕੇ ਉਹ ਮਾਰਿਆ। ਕੀ ਤਾਂ ਇਹ ਵੀ ਜਾਂਦਾ ਵੀ ਦਰਿਆ ਦੇ ਨਾਲ ਪਹਾੜ ਵੀ ਪੁੱਟ ਦਿੱਤੇ ਗਏ ਆ ਤੁਹਾਡੇ ਏਰੀਆ ਦੇ ਵਿੱਚ, ਅਜਿਹਾ ਕਿਉਂਕਿ ਪਹਾੜ ਵੀ ਇਲੀਗਲੀ ਨਜਾਇਜ਼ ਤੌਰ ਤੇ ਪੁੱਟੇ ਜਾ ਰਹੇ ਉੱਥੇ? ਦੇਖੋ ਗੱਲ ਇਹ ਹੈ, ਪਹਾੜ ਦੇ ਵਿੱਚ ਮਾਈਨਿੰਗ ਸਿਰਫ ਇੱਕ ਪਿੰਡ 'ਚ ਹੋ ਰਹੀ ਹੈ ਜੀ, ਉਹ ਹੈ ਪਿੰਡ ਖੇੜਾ ਕਲਮੋਟ। ਠੀਕ ਹੈ। ਨਾਨਗਰਾਂ ਔਰ ਖੇੜਾ ਇੱਕ ਹੱਦਬਸਤ ਨੰਬਰ ਹੈ ਜੀ। ਖੇੜਾ ਕਲਮੋਟ ਦੇ ਵਿੱਚ ਇੱਕ ਪੱਤੀ ਹੈ ਜਿਹਦਾ ਨਾਮ ਪੱਤੀ ਬਣਾਵੀਆਂ। ਜੇ ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਜਾਂ ਮੇਰੀ ਸੂਚਨਾ ਹੈ ਕਿ ਉਸ ਪਤਾ ਨਹੀਂ ਕਿਉਂ ਉਸ ਪੱਤੀ ਦੇ ਵਿੱਚ ਦਫਾ ਨਹੀਂ ਲੱਗੀ 4 ਔਰ 5 ਜੀ। ਔਰ ਸਾਰੀ ਮਾਈਨਿੰਗ ਉੱਥੇ ਦੇਖੋ 2 ਪਹਾੜ ਪੱਧਰੇ ਕੀਤੇ ਜਾ, ਪੱਧਰੇ ਨਹੀਂ 40-50 ਫੁੱਟ ਹੋਰ ਡੂੰਘੇ ਕਰ ਦਿੱਤੇ ਗਏ ਨੇ ਜੀ। ਤੇ ਤੀਸਰਾ ਪਹਾੜ ਜਿਹੜਾ ਹੈ ਉਹ ਤਕਰੀਬਨ 75-80% ਪੁੱਟ ਦਿੱਤਾ ਗਿਆ। ਹਾਲਾਂਕਿ ਪਹਾੜ ਦੇ ਵਿੱਚ ਤੁਸੀਂ ਲੀਗਲੀ ਮਾਈਨਿੰਗ ਕਰ ਹੀ ਨਹੀਂ ਸਕਦੇ। ਇੰਨਾ ਕੁਝ ਹੋ ਰਿਹਾ ਜਿਸ ਤਰ੍ਹਾਂ ਤੁਹਾਡੇ ਨਾਲ ਤੁਸੀਂ ਦੱਸਿਆ ਵੀ ਪਹਾੜਾਂ ਦੇ ਪਹਾੜ ਪੱਟ ਦਿੱਤੇ ਗਏ ਹੈ, ਦਰਿਆ ਦਾ ਦਰਿਆ ਜਿਹੜਾ ਹੈ ਪੱਟ ਕੇ ਬੁਰਾ ਹਾਲ ਕਰ ਦਿੱਤਾ ਗਿਆ। ਕੇਵਲ ਦਰਿਆ ਨਹੀਂ, ਦਰਿਆ ਦੇ ਨਾਲ ਜਿਹੜਾ ਆਲੇ ਦੁਆਲੇ ਦੀਆਂ ਜ਼ਮੀਨਾਂ ਹੈ ਉਹ ਵੀ ਪੱਟ ਦਿੱਤੀਆਂ ਗਈਆਂ। ਫਿਰ ਤੁਸੀਂ ਧਰਨੇ ਦੇ ਰਹੇ ਹੋ, ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਰਕਾਰ ਦੇ ਵਿਰੁੱਧ। ਮੈਂ ਸਰਕਾਰ ਦੀ ਬਾਅਦ 'ਚੋਂ ਗੱਲ ਕਰਦਾ ਵੀ ਸਰਕਾਰ ਕਿਉਂ ਨਹੀਂ ਦੇਖ ਰਹੀ ਜਾਂ ਕੀ ਕਰਦੀ ਹੈ। ਮੈਂ ਇੱਕ ਗੱਲ ਕਰਦਾ ਵੀ ਉਹ ਕੌਣ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ। ਦੇਖੋ, ਜਿਹੜਾ ਉੱਥੇ ਕ੍ਰੈਸ਼ਰ ਲਗਾ ਰਿਹਾ ਹੈ, ਜਿਹੜਾ ਉੱਥੇ ਮਾਈਨਿੰਗ ਕਰ ਰਿਹਾ, ਉਹਦੀ ਆਪਣੀ ਜ਼ਮੀਨ ਤਾਂ ਨਹੀਂ ਹੋਏਗੀ, ਇਹ ਤਾਂ ਪੱਕੀ ਗੱਲ ਹੈ। ਫਿਰ ਉਹ ਕੌਣ ਲੋਕ ਨੇ? ਤੁਸੀਂ ਕਹਿੰਦੇ ਵੀ ਸਰਕਾਰ ਥੋੜੀ ਬੋਲੀ ਕਰਦੀ ਹੈ ਲੇਕਿਨ ਜ਼ਿਆਦਾ ਜ਼ਮੀਨਾਂ ਦੇ ਉੱਤੇ ਮਾਈਨਿੰਗ ਹੋ ਰਹੀ ਹੈ। ਫਿਰ ਉਹ ਲੋਕ ਕੌਣ ਨੇ? ਉਹ ਤਾਂ ਵਿੱਚੋਂ ਹੀ ਲੋਕ ਹੋਣਗੇ ਨਾ, ਉਹ ਪਿੰਡਾਂ ਦੇ ਹੀ ਲੋਕ ਹੋਣਗੇ ਨਾ। ਹੁਣ ਦੇਖੋ, ਜਿਹੜੀ ਲਾਸਟ ਬੋਲੀ ਹੈ ਜੀ, ਉਹ 2019 ਦੇ ਵਿੱਚ ਸਰਕਾਰ ਨੇ, ਪੰਜਾਬ ਸਰਕਾਰ ਨੇ ਕੀਤੀ। ਠੀਕ ਹੈ ਜੀ। ਜਿਸ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਵਿੱਚ ਕੁੱਲ 10 ਖਦਾਨਾਂ ਨੇ, ਮਾਈਨਸ ਨੇ। ਠੀਕ ਹੈ। ਜਿਨ੍ਹਾਂ ਵਿੱਚੋਂ 3 ਨੇਮਲੀ ਮਹਿੰਦਪੁਰ, ਮੌਲਾਨਾ ਤੇ ਗੋਬਿੰਦਪੁਰ ਖੁਲਚੀਆਂ, ਇਹ ਰੋਪੜ 'ਚ ਨੇ ਜੀ। 7 ਜਿਹੜੀਆਂ ਨੇ ਉਹ ਆਨੰਦਪੁਰ ਸਾਹਿਬ ਔਰ ਨੰਗਲ 'ਚ ਜੀ। ਹੁਣ ਉਹਨਾਂ ਦੇ ਵਿੱਚ ਵੀ ਦੇਖੋ, ਖਵੇੜਾ, ਮਹੈਣ ਤੇ ਪਲਾਸੀ, ਇਹ ਸਤਲੁਜ ਦਰਿਆ ਦੇ ਰਿਵਰ ਬੈੱਡ 'ਚ। ਠੀਕ ਹੈ। ਜਿਹੜੀਆਂ ਉਹਨਾਂ ਨੇ ਸੈਂਕਸ਼ਨ ਔਰ ਆਕਸ਼ਨ ਕੀਤੀਆਂ, ਹਾਂ, ਅਪਰੂਵ ਕੀਤੀਆਂ। 4 ਜਿਹੜੀਆਂ ਨੇ ਸੂਰੇਆਲ, ਦਿਆਪੁਰ, ਨਾਨਗਰਾਂ ਤੇ ਭਲਾਣ, ਇਹ ਜਿਹੜੀਆਂ ਨੇ ਇਹ ਸਵਾਂ ਦੇ ਰਿਵਰ ਬੈੱਡ 'ਚ ਨੇ ਜੀ। ਇਹ ਟੋਟਲ ਜ਼ਮੀਨ ਜਿਹੜੀ ਸਵਾਂ ਦੇ ਵਿੱਚ ਹੈ ਉਹ 323 ਏਕੜ ਹੈ ਜੀ। ਔਰ ਜਿਹੜੀ ਦਰਿਆ ਦੇ ਵਿੱਚ ਹੈ ਉਹ ਕੋਈ 100-125 ਏਕੜ ਹੈ। ਟੋਟਲ ਜ਼ਮੀਨ ਜਿਹੜੀ ਸੈਂਕਸ਼ਨਡ ਐਂਡ ਆਕਸ਼ਨਡ ਹੈ ਉਹ 526 ਏਕੜ ਹੈ ਜੀ। ਸਰਕਾਰ ਦੀ ਮਾਈਨਿੰਗ ਨੀਤੀ ਦੇ ਮੁਤਾਬਕ ਜਾਂ ਗਵਰਨਮੈਂਟ ਆਫ ਇੰਡੀਆ ਦੀ ਮਾਈਨਿੰਗ ਨੀਤੀ ਦੇ ਮੁਤਾਬਕ ਤੁਸੀਂ ਇਹ ਕਹੋ, ਉਹਦੀਆਂ ਸ਼ਰਤਾਂ ਬੜੀਆਂ ਸਖਤ ਨੇ। ਬਿਲਕੁਲ। ਤੁਸੀਂ 10 ਫੁੱਟ ਤੋਂ ਜ਼ਿਆਦਾ ਡੂੰਘਾ ਨਹੀਂ ਪੁੱਟ ਸਕਦੇ। ਠੀਕ ਹੈ। ਔਰ ਤੁਸੀਂ ਮੈਨੂਅਲੀ ਪੁੱਟਣਾ, ਉਹ ਤੁਸੀਂ ਮਸ਼ੀਨ ਨਾਲ ਨਹੀਂ ਪੁੱਟ ਸਕਦੇ। ਠੀਕ। ਮੈਨੂੰ ਸਰਕਾਰ ਦੱਸੇ ਵੀ ਕਿਹੜੀ ਆਪਣਾ ਇਹ ਸਿਰਫ ਇਹਨਾਂ ਮਾਈਨਸ ਦੇ ਵਿੱਚ ਇੱਕੋ ਮਾਈਨ ਉਹ ਨਹੀਂ ਹੋ ਰਹੀ ਜੀ। ਔਰ ਜਿਹੜਾ ਠੇਕੇਦਾਰ ਹੈ, ਜਿਹੜਾ ਵੀ ਮਤਲਬ ਲਵੇ, ਠੀਕ। ਅਸੂਲ ਇਹ ਕਹਿੰਦਾ ਕਿ ਉਹ ਇਹਨਾਂ ਕ੍ਰਸ਼ਰਾਂ ਨੂੰ ਉੱਥੋਂ ਪੱਟ ਕੇ ਮਟੀਰੀਅਲ ਇਹਨਾਂ ਨੂੰ ਸਪਲਾਈ ਕਰੇ, ਉਸ ਦੀ ਉਹਨਾਂ ਤੋਂ ਕੀ ਮਤਲਬ ਹੈ। ਬਿਲਕੁਲ। ਮੈਨੂੰ ਇਹ ਦੱਸਣ ਕਿ ਇਹ ਜਿਹੜਾ ਠੇਕੇਦਾਰ ਹੈ ਜਿਹਨੇ ਇਹ ਪੂਰਾ ਬਲਾਕ ਰੋਪੜ ਜ਼ਿਲ੍ਹੇ ਦਾ ਖਰੀਦਿਆ, ਉਸ ਦੇ ਕੋਲ ਕੀ ਮਸ਼ੀਨਰੀ ਹੈ। ਜੀ। ਮੇਰਾ ਦਾਅਵਾ ਹੈ ਕਿ ਉਹਨਾਂ ਕੋਲ ਇੱਕ ਨਾ ਕੋਈ JCB ਹੈ, ਠੀਕ ਹੈ, ਨਾ ਉਹਨਾਂ ਕੋਲ ਕੋਈ ਹੋਰ ਮਸ਼ੀਨ ਹੈ, ਨਾ ਉਹਨਾਂ ਕੋਲ ਕੋਈ ਢੋਣ ਦਾ ਵਸੀਲਾ ਹੈ। ਤੇ ਉਹ ਆਪਣੇ ਪੈਸੇ ਕਿਵੇਂ ਪੂਰੇ ਕਰਨਗੇ? ਇਹਦਾ ਮਤਲਬ ਹੈ ਕਿ ਉੱਥੇ ਕੁਛ ਨਾ ਕੁਛ ਜਿਹੜਾ ਹੈ ਉਹ ਗਲਤ ਹੋ ਰਿਹਾ। ਔਰ ਜਿਹੜਾ ਪ੍ਰਸ਼ਾਸਨ ਦੀ ਮਤਲਬ ਨਾਲ ਮਿਲ ਕੇ ਔਰ ਸਿਆਸੀ ਲੀਡਰਸ਼ਿਪ ਦੀ ਸ਼ਹਿਦ
ਕੁਛ ਤਾਂ ਕਾਲਾ ਮਾਲਾ ਹੈ ਨਾ। ਹਾਲਾ ਮਾਲਾ ਹੈ, ਲੇਕਿਨ ਮੈਂ ਇੱਕ ਤੁਸੀਂ ਹੁਣ ਬੜਾ ਵੱਡਾ ਸਵਾਲ ਉਠਾ ਦਿੱਤਾ ਪ੍ਰਸ਼ਾਸਨ ਦੇ ਉੱਤੇ। ਪ੍ਰਸ਼ਾਸਨ ਕੋਲ ਜਦੋਂ ਵੀ ਕੋਈ ਪੱਤਰਕਾਰ ਜਾਂਦਾ ਹੈ, ਕੋਈ ਜਾਂ ਤੁਹਾਡੇ ਵਰਗੇ ਐਜੀਟੇਸ਼ਨ ਕਰਨ ਵਾਲੇ ਜਾਂਦੇ ਜਾਂ ਕੁਝ ਕਰਦੇ ਆ, ਤਾਂ ਪ੍ਰਸ਼ਾਸਨ ਕੋਲ ਇੱਕ ਬੜਾ ਵਧੀਆ ਜਵਾਬ ਹੈਗਾ ਵੀ ਇਹ ਸਭ ਕੁਝ ਲੀਗਲੀ ਹੋ ਰਿਹਾ, ਜੋ ਕੁਝ ਹੋ ਰਿਹਾ। ਕਿਉਂ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਉਂਦਾ ਜਿੰਨਾ ਕੁਝ ਤੁਸੀਂ ਦੱਸ ਰਹੇ ਹੋ? ਦੇਖੋ ਜੀ, 3 ਚੀਜ਼ਾਂ ਨੇ ਜੀ। ਜਾਂ ਤਾਂ ਪ੍ਰਸ਼ਾਸਨ ਜਿਹੜਾ ਹੈ ਸਿਆਸੀ ਲੀਡਰਸ਼ਿਪ ਦੇ ਇੰਨਾ ਦਬਾਅ ਹੇਠ ਹੈ ਜੀ ਕਿ ਜੋ ਉਹ ਕਹਿੰਦੇ ਨੇ ਉਹ ਬੋਲਦੇ ਨੇ। ਠੀਕ ਹੈ। ਜਾਂ ਪ੍ਰਸ਼ਾਸਨ ਇਹਨਾਂ ਦੇ ਨਾਲ ਇਹ ਜਿਹੜਾ ਗੈਂਗਸ ਬਣਿਆ ਹੋਇਆ ਬਿਲਕੁਲ ਕ੍ਰਸ਼ਰਾਂ ਵਾਲਿਆਂ ਦਾ ਔਰ ਮਾਈਨਿੰਗ ਕਰਨ ਵਾਲਿਆਂ ਦਾ, ਬਿਲਕੁਲ, ਤੇ ਰਾਜਨੀਤੀ ਨੇਤਾਵਾਂ ਦਾ, ਠੀਕ ਹੈ, ਜੇ ਇਹਨਾਂ ਨਾਲ ਜਾਂ ਇਹਨਾਂ ਨਾਲ ਇਹ ਮਿਲਿਆ ਹੋਇਆ, ਮਿਲ ਗਿਆ, ਬਿਲਕੁਲ, ਠੀਕ ਹੈ ਨਾ ਜੀ, ਜਾਂ ਇਹ ਡਰਿਆ ਹੋਇਆ, ਜਾਂ ਡਰ ਹੈ ਜਾਂ ਪੈਸਾ ਹੈ, ਜਾਂ ਡਰ ਹੈ ਜਾਂ ਲਾਲਚ ਹੈ, ਹਾਂਜੀ, ਜਾਂ ਦਬਾਅ ਹੈ। ਇੱਕ ਚੀਜ਼ ਤਾਂ ਹੈ, ਠੀਕ ਹੈ। ਇਹ ਹੁਣ ਮੈਂ ਨਹੀਂ ਕਹਿ ਸਕਦਾ ਵੀ ਕੀ ਚੀਜ਼ ਹੈ, ਕਿਉਂਕਿ ਅਗਰ ਦੇਖੋ ਕੋਈ ਪੱਤਰਕਾਰ ਚਲਾ ਜਾਵੇ, ਕੋਈ ਲੋਕ ਚਲੇ ਜਾਣ, ਪਹਿਲਾਂ ਤਾਂ ਇਹ ਨਾਜਾਇਜ਼ ਮਾਈਨਿੰਗ ਸੰਬੰਧੀ ਜਾਂ ਮਾਈਨਿੰਗ ਸੰਬੰਧੀ ਐਂਟਰਟੇਨ ਨਹੀਂ ਕਰਦੇ ਕੰਪਲੇਂਟ ਨੂੰ। ਬਿਲਕੁਲ। ਜਾਂ ਤੁਹਾਨੂੰ ਉੱਥੇ ਇਹ ਆਸ਼ਵਾਸਨ ਦੇ ਦਿੱਤਾ ਜਾਂਦਾ ਕਿ ਅਸੀਂ ਚੈੱਕ ਕਰਾਵਾਂਗੇ, ਜੇ ਮਾਈਨਿੰਗ ਕਰਦੇ ਚਲੇ ਗਏ ਤਾਂ ਅਸੀਂ ਸਖਤ ਕਾਰਵਾਈ ਕੀਤੀ ਜਾਊਗੀ। ਬਿਲਕੁਲ। ਜਾਂ ਤੁਹਾਨੂੰ ਉੱਥੇ ਖੱਜਲ ਖੁਆਰ ਹੋ ਕੇ ਤੁਸੀਂ ਵਾਪਸ ਆ ਜਾਂਦੇ ਹੋ। ਬਿਲਕੁਲ। ਕੋਰਟ ਦੇ ਵਿੱਚ ਦੇਖੋ, NGT ਦੇ ਵਿੱਚ ਕਈ ਕੇਸ ਚੱਲਦੇ ਨੇ, ਦਿਨੇਸ਼ ਚੱਡਾ ਹੋਰਾਂ ਨੇ ਕਈ ਕੇਸ ਕੀਤੇ ਨੇ, ਜਿਹਦੇ ਵਿੱਚ ਵੀ ਮੇਰੇ ਇਹ ਔਨ ਰਿਕਾਰਡ ਹੈ ਜੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਮੈਨੂੰ ਨਹੀਂ ਪਤਾ ਉਸ ਵੇਲੇ DC ਕੌਣ ਸੀ, ਉਹ ਪਤਾ ਲੱਗ ਜਾਏਗਾ, ਉਹ ਲਿਖ ਕੇ ਦੇ ਚੁੱਕੇ ਨੇ ਕਿ ਸਾਡੇ ਜ਼ੀਰੋ ਮਾਈਨਿੰਗ ਹੈ ਜੀ, ਸਾਡੇ ਮਾਈਨਿੰਗ ਹੀ ਨਹੀਂ ਹੋ ਰਹੀ। ਓਕੇ। ਤੇ ਹਾਈ ਕੋਰਟ ਦੇ ਵਿੱਚ ਵੀ ਇਹ ਗਾਹੇ ਵਗਾਹੇ ਇਹੋ ਜਿਹੀਆਂ ਰਿਪੋਰਟਾਂ ਜਾਂਦੀਆਂ ਰਹਿੰਦੀਆਂ ਨੇ। ਦੂਜੇ ਪਾਸੇ ਜੇ ਤੁਸੀਂ ਉਸ ਵੇਲੇ ਦੀਆਂ ਪੁਰਾਣੇ ਸਮੇਂ ਦੀਆਂ, ਮੈਂ ਇੱਥੇ ਕਿਸੇ ਇੱਕ ਨੂੰ ਬਲੇਮ ਨਹੀਂ ਦਿੰਦਾ, ਕਿਸੇ ਇੱਕ ਦਾ ਮੈਂ ਕਿਸੇ ਪਰ ਦੋਸ਼ਾਰੋਪਣ ਨਹੀਂ ਕਰ ਰਿਹਾ, ਬਿਲਕੁਲ, ਇਹ ਚੀਜ਼ਾਂ ਔਨ ਰਿਕਾਰਡ ਹੈ ਜੀ, ਪਬਲਿਕ ਡੋਮੇਨ ਦੇ ਵਿੱਚ ਹੈ। ਬਿਲਕੁਲ। ਕਿ ਬਈ ਲੀਡਰਸ਼ਿਪ ਇਹ ਕਹਿੰਦੀ ਹੈ ਬਾਰ-ਬਾਰ ਕਿ ਜੀ ਸਾਨੂੰ ਪਤਾ ਹੈ ਮਾਈਨਿੰਗ ਹੋ ਰਹੀ ਹੈ ਔਰ ਕੌਣ ਕਰਵਾ ਰਿਹਾ। ਬਿਲਕੁਲ। ਐਡਮਿਨਿਸਟ੍ਰੇਸ਼ਨ ਕਹਿੰਦਾ ਮਾਈਨਿੰਗ ਹੋ ਨਹੀਂ ਰਹੀ, ਬਿਲਕੁਲ। ਲੀਡਰਸ਼ਿਪ ਕਹਿੰਦੀ ਹੈ ਮਾਈਨਿੰਗ ਹੋ ਰਹੀ ਹੈ। ਲੀਡਰਸ਼ਿਪ ਤਾਂ ਟਿੱਕਾ ਜੀ ਤੁਸੀਂ ਇਹ ਦੇਖਿਆ ਵੀ ਅਸੀਂ ਜੇ ਪਹਿਲੇ ਅਕਾਲੀ ਸਰਕਾਰ ਸੀ ਤਾਂ ਇਹ ਜਿਹੜੇ ਹੁਣ ਦੇ ਵਿਧਾਇਕ ਹੈਗੇ ਆ, ਵਿਧਾਨ ਸਭਾ ਦੇ ਸਪੀਕਰ ਹੈ ਪੰਜਾਬ ਦੇ, ਇਹ ਉਸ ਵਕਤ ਜਗ੍ਹਾ ਜਗ੍ਹਾ ਤੇ ਇਹ ਲੈਕਚਰ ਦਿੰਦੇ ਸੀ ਵੀ ਮੈਂ ਬਿਲਕੁਲ ਮਾਈਨਿੰਗ ਬੰਦ ਕਰਾ ਦਾਂਗਾ। ਇਹ ਜਿਹੜੀ ਮਾਈਨਿੰਗ ਹੈਗੀ ਹੈ, ਮਿੱਤਲ ਸਾਹਿਬ ਉਸਲੇ ਉਦਯੋਗ ਮੰਤਰੀ ਸੀਗੇ ਪੰਜਾਬ ਦੇ, ਇਹਨਾਂ ਵੱਲੋਂ ਕਰਵਾਈ ਜਾ ਰਹੀ ਹੈ, ਇਹ ਸਰਕਾਰ ਵੱਲੋਂ ਕਰਾਈ ਜਾ ਰਹੀ ਹੈ। ਹੁਣ ਉਹ ਕਹਿ ਰਿਹਾ ਵੀ ਮਾਈਨਿੰਗ ਜਿਹੜੀ ਹੈ ਬਿਲਕੁਲ ਲੀਗਲੀ, ਬਲਕਿ ਧਰਨੇ ਵਾਲਿਆਂ ਤੇ ਜ਼ੋਰ ਪਾਇਆ ਜਾ ਰਿਹਾ ਵੀ ਇਹਨਾਂ ਤੇ ਪ੍ਰੈਸ਼ਰ ਕਰ ਪਾਇਆ ਜਾਵੇ ਵੀ ਇਹ ਜਿਹੜੀ ਚੀਜ਼ ਆ ਹਟ ਜਾਣ, ਨਹੀਂ ਤਾਂ ਪਰਚੇ ਦਿੱਤੇ ਜਾਣਗੇ ਇਹਨਾਂ ਦੇ ਉੱਤੇ। ਮਤਲਬ ਫਿਰ ਉਹ ਮਾਈਨਿੰਗ ਉਸ ਵਕਤ ਜਿਹੜੀ ਹੈ ਇਹ ਕਹਿੰਦੇ ਆ ਵੀ ਅਸੀਂ ਬੰਦ ਕਰਾ ਦਾਂਗੇ, ਆਪਣੇ ਉਹਨਾਂ ਦੇ ਉੱਤੇ ਕਿਉਂ ਨਹੀਂ ਸਕਾਰਾਤਮਕ ਰੂਪ ਅਪਣਾਉਂਦੇ, ਕਿਉਂ ਨਹੀਂ ਉਹ ਫਿਰ ਉਹਨਾਂ ਦੇ ਉੱਤੇ ਐਕਸ਼ਨ ਲੈਂਦੇ? ਇੱਕ ਬੜਾ ਵੱਡਾ ਸਵਾਲ ਲੋਕਾਂ ਦੇ ਵਿੱਚ ਹੈਗਾ। ਲੇਕਿਨ ਤੁਹਾਡੀ ਗੱਲ ਇੱਕ ਬਿਲਕੁਲ ਸਹੀ ਹੈਗੀ ਹੈ ਵੀ ਦਬਾਅ, ਡਰ ਜਾਂ ਪੈਸਾ ਕਿਤੇ ਨਾ ਕਿਤੇ ਹਾਵੀ ਹੁੰਦਾ ਹੈ। ਫਿਰ ਪ੍ਰਸ਼ਾਸਨ ਵੀ ਇਹਦਾ ਮਤਲਬ ਤੁਸੀਂ ਕਿਹਾ ਵੀ ਹਾਈ ਕੋਰਟ ਤੱਕ ਨੂੰ ਝੂਠ ਲਿਖ ਕੇ ਦਿੰਦਾ ਹੈ। ਦੇਖੋ ਜੀ, ਸਵਾਲ ਇਹ ਹੈ ਕਿ ਝੂਠ ਹੈ ਜਾਂ ਸੱਚ ਹੈ, ਇਹ ਹਾਰਡ ਨਹੀਂ, ਤੁਹਾਡੇ ਮੁਤਾਬਕ ਤਾਂ ਫਿਰ ਝੂਠ ਹੈ ਨਾ, ਤੁਹਾਡੇ ਮੁਤਾਬਕ ਤਾਂ ਇਲੀਗਲ ਮਾਈਨਿੰਗ ਬਹੁਤ ਹੋ ਰਹੀ ਹੈ। ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਜੀ, ਮੈਂ ਤੁਹਾਨੂੰ ਥੋੜੇ ਜਿਹੇ ਅੰਕੜੇ ਦੱਸਦਾ ਜੀ। ਜਿੱਥੇ ਦਰਿਆ ਔਰ ਸਤਲੁਜ ਆਪਣਾ ਔਰ ਸਵਾਂ ਮਿਲਦੇ ਨੇ, ਉਹਨੂੰ ਅਸੀਂ ਲੋਕਲ ਪਾਰਲੈਂਸ ਦੇ ਵਿੱਚ ਦੁਮੇਲ ਕਹਿੰਦੇ। ਬਿਲਕੁਲ। ਹਰਸਾ ਬੇਲਾ ਜਗ੍ਹਾ ਉਹ, ਬਿਲਕੁਲ, ਜਿੱਥੇ ਉਹ ਮਿਲਦਾ ਹੈ ਜੀ। ਹਰਸਾ ਬੇਲਾ ਤੋਂ ਲੈ ਕੇ ਸੰਤੋਗੜ, ਪੰਜਾਬ ਦਾ ਲਾਸਟ ਪਿੰਡ ਜਿਹੜਾ ਹੈ ਉਹ ਸੂਰੇਵਾਲ ਹੈ, ਇਹ 11 ਕਿਲੋਮੀਟਰ ਜੀ, ਔਰ ਤਕਰੀਬਨ 1 ਕਿਲੋਮੀਟਰ ਸਵਾਂ ਦਾ ਪਾੜ ਚੌੜਾ ਹੈ। ਬਿਲਕੁਲ। ਜੇ ਅਸੀਂ 1 ਕਿਲੋਮੀਟਰ ਦੇ ਵਿੱਚ 250 ਏਕੜ ਮੰਨ ਲਈਏ ਜੀ, ਤੇ 11 ਕਿਲੋਮੀਟਰ ਦੇ ਵਿੱਚ ਮਤਲਬ ਤਕਰੀਬਨ 2750 ਏਕੜ ਜ਼ਮੀਨ ਬਣਦੀ ਹੈ ਜੀ, ਸਿਰਫ ਸਵਾਂ ਦੇ ਰਿਵਰ ਬੈਡ ਦੇ ਵਿੱਚ। ਤੁਸੀਂ 2700 ਵੀ ਛੱਡ ਦਿਓ, ਠੀਕ ਹੈ, ਤੁਸੀਂ 2000 ਏਕੜ ਲੈ ਲਓ। 1 ਏਕੜ ਦੇ ਵਿੱਚ ਜਦ ਤੁਸੀਂ 1 ਫੁੱਟ ਮਿੱਟੀ ਚੁੱਕਦੇ ਹੋ ਤਾਂ 43,560 CFT ਕਿਊਬਿਕ ਫੀਟ। ਤੁਸੀਂ 40,000 ਰਾਊਂਡ ਫਿਗਰ ਰੱਖ ਲਓ, ਠੀਕ ਹੈ, ਤੇ 800 ਫੁੱਟ ਜਿਹੜੀ ਹੈ ਮਿੱਟੀ ਉਹ ਇੱਕ ਟਿੱਪਰ 'ਚ ਆਉਂਦੀ ਹੈ ਜੀ। 50 ਟਿੱਪਰ ਜਿਹੜੇ ਨੇ ਉਹ 1 ਏਕੜ ਦੇ ਵਿੱਚੋਂ ਜੇ ਤੁਸੀਂ ਮਟੀਰੀਅਲ ਚੁੱਕੋ, ਮਾਈਨਿੰਗ ਕਰੋ, ਤੇ ਉਹ ਆਉਂਦੇ। ਬਿਲਕੁਲ। ਤੇ 40 ਫੁੱਟ, 50 ਫੁੱਟ, 60 ਫੁੱਟ ਦੇ ਇਹਨਾਂ ਨੇ ਟੋਏ ਪਾਤੇ ਨੇ। ਠੀਕ ਹੈ ਜੀ। ਤੁਸੀਂ 40 ਫੁੱਟ ਐਵਰੇਜ ਲੈ ਲਓ ਜੀ, ਤੇ 1 ਏਕੜ ਦੇ ਵਿੱਚੋਂ 2000 ਟਿੱਪਰ ਜਿਹੜਾ ਹੈ ਉਹ ਬਣਦਾ ਹੈ। ਬਿਲਕੁਲ। ਤੁਸੀਂ 2000 ਏਕੜ ਚਲਾਓ ਤਾਂ 40 ਲੱਖ ਟਿੱਪਰ ਬਣਦਾ। ਅੱਜ ਇੱਕ ਟਿੱਪਰ ਨੂੰ ਤੁਸੀਂ 10,000 ਰੁਪਏ ਪਰ ਟਿੱਪਰ ਦੇ ਨਾਲ ਗਿਣ ਲਓ, ਤੇ 4000 ਕਰੋੜ ਰੁਪਏ ਦਾ ਉਹ ਮਟੀਰੀਅਲ ਬਣਦਾ ਹੈ। ਬਿਲਕੁਲ।
ਤੇ ਔਰ ਉਹ ਮਟੀਰੀਅਲ ਜਿਹੜਾ ਹੈ ਪਿਛਲੇ ਆ 2-3 ਸਾਲ ਦੇ ਵਿੱਚ ਇੱਥੋਂ ਚੁੱਕਿਆ ਗਿਆ। ਫਿਰ ਬਿਲਕੁਲ ਬੇਨਤੀ ਸੁਣੋ, ਹਾਂਜੀ, ਇਸ ਦੇ ਵਿੱਚ ਜਿੰਨੀ ਖੇੜਾ ਕਲਮੋਟ ਪਹਾੜ 'ਚ ਮਾਈਨਿੰਗ ਹੋ ਰਹੀ ਹੈ ਉਹ ਸ਼ਾਮਲ ਨਹੀਂ, ਜਿੰਨੀ ਇਸ ਨਦੀ ਦੇ ਦੋਨਾਂ ਪਾਸੇ ਬਾਹਰ ਨਿਕਲ ਕੇ ਮਾਈਨਿੰਗ ਹੋ ਰਹੀ ਹੈ ਉਹ ਸ਼ਾਮਲ ਨਹੀਂ। ਇਸ ਦੇ ਵਿੱਚ ਜਿਹੜੇ ਸੈਦਪੁਰ, ਅਗੰਮਪੁਰ, ਗੋਬਿੰਦਪੁਰ ਬੇਲੇ ਵਾਲਾ ਜ਼ੋਨ ਹੈ ਉਹ ਸ਼ਾਮਲ ਨਹੀਂ। ਇਸ ਦੇ ਵਿੱਚ ਜਿਹੜੀ ਸਰਸਾ ਨੰਗਲ ਦੇ ਜ਼ੋਨ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਹ ਸ਼ਾਮਲ ਨਹੀਂ। ਇਸ ਦੇ ਵਿੱਚ ਜਿਹੜੀ ਲੋਹਾਂਡ ਖੱਡ ਦੇ ਵਿੱਚ ਔਰ ਦਬੂੜ ਔਰ ਚੰਗਰ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉਹ ਸ਼ਾਮਲ ਨਹੀਂ। ਜੇ ਇਹ ਸਾਰੀਆਂ ਫਿਗਰ ਤੁਸੀਂ ਕੰਜ਼ਰਵੇਟਿਵ ਐਸਟੀਮੇਟ ਵੀ ਲਾਓ ਜੀ ਤਾਂ ਇਹ ਘੱਟੋ ਘੱਟ 10,000 ਕਰੋੜ ਰੁਪਈਆ ਇੱਥੇ ਦੇ ਵਰਥ ਮਿਨਰਲਸ ਇੱਥੋਂ ਜਾ ਚੁੱਕੇ। ਔਰ ਅਗਲੀ ਚੀਜ਼ ਹੈ, ਕੋਈ ਵੀ ਜ਼ਿੰਮੇਵਾਰ ਬੰਦਾ ਸਰਕਾਰ ਦਾ ਮੈਨੂੰ ਇਮਾਨਦਾਰੀ ਨਾਲ ਇਹ ਆਰਟੀਆਈ 'ਚ ਤਾਂ ਇਨਫੋਰਮੇਸ਼ਨ ਨਹੀਂ ਦਿੰਦੇ, ਇਹ ਦੱਸ ਦੇਵੇ ਕਿ ਉਹ ਠੇਕੇਦਾਰ ਜੇ ਇੱਥੇ ਰਾਇਲਟੀ ਵਸੂਲ ਕਰਦੇ ਨੇ ਕਿ ਉਹਨਾਂ ਨੇ ਹੁਣ ਤੱਕ ਸਰਕਾਰ ਦੇ ਖਾਤੇ 'ਚ ਕਿੰਨੇ ਪੈਸੇ ਜਮ੍ਹਾਂ। ਹਾਂ, ਮੇਰਾ ਸਵਾਲ ਅਗਲਾ ਇਹੀ ਸੀਗਾ, ਮੈਂ ਤੁਸੀਂ ਹੁਣ ਦਿੱਤਾ ਹੈ ਵੀ ਤੁਸੀਂ ਕਿਹਾ ਸਰਕਾਰ ਇਹ ਨਹੀਂ ਕਰਾ ਰਹੀ। ਬਿਲਕੁਲ, ਸਰਕਾਰ ਨੇ ਤਾਂ ਇੱਕ ਠੇਕਾ ਦੇ ਦਿੱਤਾ, ਆ ਕਰੋ, ਉਹਦੇ 'ਚ ਪ੍ਰਸ਼ਾਸਨ ਨਹੀਂ ਕਰਾ ਰਿਹਾ, ਦੇਖ ਰੇਖ ਨਹੀਂ ਕਰ ਰਿਹਾ, ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਹੈ ਕੋਈ ਕਿਆ ਹੈਗਾ ਨਹੀਂ। ਫਿਰ ਇਹ ਇੰਨਾ ਜਿਹੜਾ ਬਾਕੀ ਦੀ ਮਾਈਨਿੰਗ ਜਿਹੜੇ ਤੁਸੀਂ ਕਹਿੰਦੇ ਹੋ ਵੀ 99.99% ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਹੈ, ਇਹ ਕੌਣ ਕਰਵਾ ਰਿਹਾ? ਇਹਦੇ ਪਿੱਛੇ ਕਿਆ ਇੱਕ ਮਾਫੀਆ ਬਣ ਚੁੱਕਿਆ ਹੈ ਮਾਈਨਿੰਗ ਦਾ, ਬਕਾਇਦਾ ਮਾਫੀਆ? ਇਹਦੇ ਵਿੱਚ ਇਹ ਜਿਹੜੇ ਨੇ ਨਾ ਜੀ, ਇਹ ਰਾਇਲਟੀ ਵਾਲੇ ਜਿਹੜੇ ਨੇ, ਪਲੱਸ ਕ੍ਰਸ਼ਰ ਮਾਲਕ ਨੇ ਜੀ, ਪਲੱਸ ਕੁਝ ਹੋਰ ਬੰਦੇ ਵੀ ਨੇ ਜਿਹੜੇ ਮਾਈਨਿੰਗ ਕਰਦੇ ਨੇ ਤੇ ਇਹਨਾਂ ਨੂੰ ਉਹ ਕ੍ਰਸ਼ਰਾਂ ਨੂੰ ਮਾਲ ਸਪਲਾਈ ਕਰਦੇ। ਚੌਥਾ, ਇਹ ਹੋ ਕਿਸ ਦੀ ਸ਼ਹਿ 'ਤੇ ਰਿਹਾ? ਇਹ ਸਿਆਸੀ ਸ਼ਹਿ 'ਤੇ ਹੋ ਰਿਹਾ ਔਰ ਪੁਲਿਸ ਇਸ ਦੇ ਵਿੱਚ ਪੂਰੀ ਮਿਲੀ ਭਗਤ ਹੈ ਜੀ। ਤੁਸੀਂ ਅਗਰ ਰਿਕਾਰਡ ਚੁੱਕ ਕੇ ਦੇਖੋ ਕਿ ਜਿਹੜੇ ਅਫਸਰ ਲੱਗੇ ਹੋਏ ਨੇ ਜੀ, ਉਹ ਘੁੰਮ ਕੇ ਅਨੰਦਪੁਰ ਸਾਹਿਬ ਤੋਂ ਨੰਗਲ ਤੋਂ ਨੂਰਪੁਰ ਬੇਦੀ ਤੋਂ ਅਨੰਦਪੁਰ ਸਾਹਿਬ ਇਸੇ ਦਾਇਰੇ 'ਚ ਰਹਿੰਦੇ ਨੇ। ਬਿਲਕੁਲ। ਔਰ ਕਿੰਨੇ ਸਾਲਾਂ ਤੋਂ ਉਹਨਾਂ ਦੀਆਂ ਪੋਸਟਿੰਗਾਂ ਚੈੱਕ ਕਰ ਲਓ। ਜੀ ਜੀ, ਠੀਕ ਹੈ ਨਾ ਜੀ? ਬਿਲਕੁਲ। ਤੇ ਇਹ ਜਿਹੜਾ ਹੈ ਜਿੰਨੇ ਕ੍ਰਸ਼ਰ ਇੱਥੇ ਲੱਗ ਚੁੱਕੇ ਨੇ, ਤੁਸੀਂ ਮੈਨੂੰ ਇੱਕ ਦੱਸੋ, ਤੁਸੀਂ ਕੋਈ ਕੰਮ ਕਰਦੇ ਹੋ, ਬਿਜ਼ਨਸ ਕਰਦੇ ਹੋ, ਮੰਨ ਲਓ ਮੈਂ ਇੱਥੇ ਕਹਿੰਦਾ ਸਰਕਾਰ ਨੂੰ ਵੀ ਮੈਂ ਗੰਨਾ ਲਾਣਾ ਜੀ, ਗੰਨਾ ਮਿਲ ਲਾਣੀ ਹੈ। ਬਿਲਕੁਲ। ਸਰਕਾਰ ਮੈਨੂੰ ਪੁੱਛੇਗੀ ਨਹੀਂ ਤੇਰਾ ਗੰਨਾ ਕਿੱਥੋਂ ਆਉਣਾ। ਬਿਲਕੁਲ। ਮੈਂ ਸ਼ੈਲਰ ਲਾਣਾ ਚਾਹਨਾ ਜਾਂ ਕੋਈ ਵੀ ਲਾਣਾ ਚਾਹਨਾ, ਝੋਨਾ ਪੁੱਛੂਗੀ ਸਰਕਾਰ ਕਿੱਥੋਂ ਲੈਣਾ, ਕਿੱਥੋਂ ਲਾਓਗੇ ਤੁਸੀਂ? ਬਿਲਕੁਲ। ਤੁਹਾਡਾ ਕੈਚਮੈਂਟ ਏਰੀਆ ਕੀ ਹੈ? ਬਿਲਕੁਲ। ਇੱਥੇ ਤੁਸੀਂ ਤੜਾ 200 ਜਿਹੜਾ ਕ੍ਰਸ਼ਰ ਹੈ, ਇੱਕ ਕ੍ਰਸ਼ਰ ਦਾ ਕਦੇ ਇਹਨਾਂ ਨੇ ਪੁੱਛਿਆ ਵੀ ਤੁਹਾਨੂੰ ਸਾਲ 'ਚ ਮਟੀਰੀਅਲ ਕਿੰਨਾ ਚਾਹੀਦਾ ਔਰ ਕਿੱਥੋਂ ਆਉਣਾ? ਬਿਲਕੁਲ। ਕ੍ਰਸ਼ਰਾਂ ਵਾਲਿਆਂ ਨੇ ਕੀ ਕੀਤਾ ਹੋਇਆ, ਇਹ ਦੱਸ ਦਿੰਦੇ ਨੇ ਕਿ ਜੀ ਅੱਜ ਵੀ ਤੁਸੀਂ ਜਾ ਕੇ ਦੇਖੋ ਕਿਸੇ ਨਜਾਇਜ਼ ਫੜ ਲਓ, ਉਹ ਕਹਿੰਦੇ ਜੀ ਅਸੀਂ ਤਾਂ ਆਪਣਾ ਸਟਾਕ ਚੁੱਕ ਕੇ ਆਪਣੀ ਉਹ ਕ੍ਰਸ਼ਰ ਚਲਾ ਰਹੇ ਸੀ। ਜੀ ਬਿਲਕੁਲ। ਉਹ ਕਿਹੜਾ ਮਤਲਬ ਸਟਾਕ ਹੈ ਜਿਹੜਾ ਮੁੱਕਦਾ ਹੀ ਨਹੀਂ ਜਾਂ ਜਿਹੜਾ, ਔਰ ਸਟਾਕ 'ਚ ਰਸੀਦਾਂ ਕਿੱਥੋਂ ਦੱਸਦੇ ਨੇ? ਇਹ ਰਿਕਾਰਡ ਤੇ ਹੈ ਜੀ, ਇੱਥੇ ਮਾਈਨਿੰਗ ਅਫਸਰ ਹੁੰਦੀ ਸੀ, ਉਹ ਰਿਕਾਰਡ ਤੇ ਹੈ, ਉਹ ਕਹਿੰਦੀ ਜੀ ਰਸੀਦਾਂ ਅਸੀਂ ਦੇਖੀਆਂ, ਜਾਂ ਮਟੀਰੀਅਲ ਇਹਨਾਂ ਦਾ ਪੰਚਕੂਲੇ ਤੋਂ ਆ ਰਿਹਾ ਜਾਂ ਮਟੀਰੀਅਲ ਇਹਨਾਂ ਦਾ ਹਿਮਾਚਲ ਤੋਂ ਆ ਰਿਹਾ। ਪਠਾਨਕੋਟ। ਤੁਸੀਂ ਮੈਨੂੰ ਦੱਸੋ ਕਿ ਇਹ ਗੱਲ ਤੁਹਾਡੇ ਮਨ ਨੂੰ ਲੱਗਦੀ ਹੈ? ਬਿਲਕੁਲ। ਕਿ ਵੀ ਪੰਚਕੂਲੇ ਤੋਂ ਜਾਂ ਪਠਾਨਕੋਟ ਤੋਂ ਜਾਂ ਹਿਮਾਚਲ ਤੋਂ ਆ ਕੇ ਇੱਥੇ ਆ ਕੇ ਪੱਥਰ ਟੁੱਟ ਕੇ ਫਿਰ ਵਾਪਸ ਬਾਹਰ ਜਾ ਰਹੇ? ਬਿਲਕੁਲ। ਇਹਦਾ ਮਤਲਬ ਹੈ ਉਹ ਮਾਈਨਿੰਗ ਜਿਹੜੀ ਹੈ ਇੱਥੇ ਬੜੇ ਧੜੱਲੇ ਤੇ ਉਹ ਇਲੀਗਲ ਮਾਈਨਿੰਗ ਹੋ ਰਹੀ ਹੈ, ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਔਰ ਸਰਕਾਰ ਦੀਆਂ ਹਾਲੇ ਜਿਹੜੀਆਂ ਅਗਲੀਆਂ ਆਉਣੇ ਵਾਲੀਆਂ ਆਹਟ ਮੈਂ ਜੋ ਦੇਖ ਰਿਹਾ, ਉਹ ਹੁਣ ਇਹਨਾਂ ਦੀ ਜਿਹੜੀ ਨਜ਼ਰ ਹੈ ਉਹ ਡੀਸਿਲਟਿੰਗ ਦੀ ਆੜ ਦੇ ਵਿੱਚ ਦਰਿਆ ਤੇ। ਬਿਲਕੁਲ। ਡੀਸਿਲਟਿੰਗ ਕਿਸ ਤਰ੍ਹਾਂ ਹੋ ਸਕਦੀ ਹੈ? ਦੇਖੋ ਇੱਕ ਮਿੰਟ, ਡੈਮਾਂ ਦੇ ਪਿੱਛੇ ਤਾਂ ਡੀਸਿਲਟਿੰਗ ਹੋ ਸਕਦੀ ਹੈ, ਚਲਦੇ ਦਰਿਆ ਦੇ ਵਿੱਚ ਡੀਸਿਲਟਿੰਗ ਹੁਣ ਬਹਾਨਾ ਬਣਾ ਰਿਹਾ ਸਰਕਾਰ, ਹੁਣ ਕਹਿ ਰਹੀ ਵੀ ਅਸੀਂ ਡੀਸਿਲਟਿੰਗ ਦੇ ਨਾਂ ਦੇ ਉੱਤੇ ਇੱਥੋਂ ਇਹ ਜਿਹੜਾ ਖਣਿਜ ਜਿਹੜਾ ਚੱਕਿਆ ਜਾਏਗਾ। ਲੇਕਿਨ ਕਿਆ ਲੋਕ ਬੇਵਕੂਫ ਹੈ ਜਾਂ ਸਰਕਾਰ ਬੇਵਕੂਫ ਹੈ ਵੀ ਬਿਨਾਂ ਮਤਲਬ ਤੋਂ ਹੀ ਡੀਸਿਲਟਿੰਗ ਕਰਾ ਦੇਗੀ? ਦੇਖੋ ਡਾਵਰਾ ਜੀ, ਡੀਸਿਲਟਿੰਗ ਕਿਵੇਂ ਹੁੰਦੀ ਹੈ? ਦੇਖੋ ਜਿਸ ਵੇਲੇ ਦਰਿਆ ਦੇ ਵਿੱਚ ਹੜ੍ਹ ਆਉਂਦੇ ਨੇ ਬਰਸਾਤਾਂ ਦੇ, ਬਿਲਕੁਲ, ਉਸ ਵੇਲੇ ਪਾਣੀ ਜਿਹੜਾ ਹੈ ਆਮ ਤੌਰ ਨਾਲੋਂ ਕਈ ਗੁਣਾ ਵੱਧ ਜਾਂਦਾ। ਬਿਲਕੁਲ। ਔਰ ਉਸ ਦੇ ਪਹਾੜਾਂ ਦੇ ਵਿੱਚ, ਨਦੀਆਂ ਨਾਲਿਆਂ ਦੇ ਵਿੱਚ ਪੱਥਰ, ਰੇਤ, ਬਜਰੀ, ਇਹ ਸਾਰੇ ਮਟੀਰੀਅਲ ਜਿਹੜੇ ਆਉਂਦੇ ਨੇ। ਬਿਲਕੁਲ। ਇੱਕ ਮੈਂ ਤਾਂ ਜੀਓਗ੍ਰਾਫੀ ਦਾ ਸਟੂਡੈਂਟ ਹਾਂ, ਮੈਂ ਵੈਸੇ ਹੀ ਦੱਸਣਾ ਚਾਹਨਾ ਵੀ ਜਿਵੇਂ ਉਹ ਪਾਣੀ ਦਾ ਵੇਗ ਘਟਦਾ ਜਾਂਦਾ, ਵਹਾਅ ਘਟਦਾ ਜਾਂਦਾ, ਰਫ਼ਤਾਰ ਘਟਦੀ ਜਾਂਦੀ, ਉਵੇਂ ਉਹ ਭਾਰਾ ਮਟੀਰੀਅਲ ਜਿਹੜਾ ਹੈ ਉਹ ਡਿਪੋਜ਼ਿਟ ਕਰਨਾ ਆਪਣੇ ਰਿਵਰ ਬੈੱਡ ਦੇ ਵਿੱਚ ਸ਼ੁਰੂ ਕਰ ਦਿੰਦਾ, ਕਿਉਂਕਿ ਪਾਣੀ 'ਚ ਇੰਨੀ ਜਾਨ ਤਾਕਤ ਨਹੀਂ ਹੁੰਦੀ ਕਿ ਉਹਨੂੰ ਕੈਰੀ ਕਰ ਸਕੇ। ਬਿਲਕੁਲ। ਤੁਸੀਂ ਦੇਖਿਆ ਹੋਵੇਗਾ ਜਿੱਥੇ ਜਾ ਕੇ ਡੈਲਟਾ ਬਣਦਾ ਹੈ, ਉਹ ਸਭ ਤੋਂ ਜਿਹੜਾ ਫਾਈਨੈਸਟ, ਜਿਹੜਾ ਸਭ ਤੋਂ ਮਹੀਨ ਬਰੀਕ ਜਿਹੜਾ ਪਾਰਟੀਕਲ ਹੈ ਉਹ ਉੱਥੇ ਪੁੱਜ ਜਾਂਦਾ। ਬਿਲਕੁਲ। ਠੀਕ ਹੈ ਨਾ ਜੀ? ਇਹ ਪੁਰਾਣੀਆਂ ਗੱਲਾਂ ਸੀ। ਬਿਲਕੁਲ। ਹੁਣ ਕੀ ਹੈ, ਜਿਵੇਂ ਸਤਲੁਜ ਦਰਿਆ ਦੇ ਵਿੱਚ ਡੈਮ ਲੱਗ ਗਿਆ ਭਾਖੜੇ, ਬਿਲਕੁਲ, ਵੱਡੀ ਨਦੀ ਦੂਸਰੀ ਹੈ ਬਿਆਸ, ਉਹਦਾ ਲੱਗ ਗਿਆ
ਪੌਂਗ ਡੈਮ ਆ ਗਿਆ, ਉਹ ਜਿੰਨਾ ਭਾਰੀ ਮਟੀਰੀਅਲ ਜੋ ਆ ਰਿਹਾ ਸੀ ਉਹ ਤਾਂ ਸਾਰਾ ਉੱਥੇ ਰੁਕ ਲੱਗ ਗਿਆ। ਗਿਆ। ਬਿਲਕੁਲ ਠੀਕ ਹੈ ਜੀ। ਅੱਗੇ ਆ ਕੇ ਨੰਗਲ ਡੈਮ ਬਣ ਗਿਆ, ਨੰਗਲ ਡੈਮ ਬਣ ਗਿਆ, ਨਹਿਰਾਂ ਨਿਕਲ ਗਈਆਂ 2। ਹੁਣ ਜਿਹੜਾ ਪਾਣੀ ਉੱਥੋਂ ਛੱਡਿਆ ਜਾ ਰਿਹਾ ਉਹੀ ਆਉਣਾ ਨਾ, ਉਹੀ ਆ ਉਹਦੇ 'ਚ ਤਾਂ ਇੰਨੀ ਨਾ ਤਾਂ ਉਸਦੇ ਨਾਲ ਕੁਝ ਆ ਰਿਹਾ, ਉਹ ਤਾਂ ਨਿਰਮਲ ਪਾਣੀ ਹੈ। ਬਸ ਇੱਕ ਨਹੀਂ, ਬਹਾਨਾ। ਦੂਸਰੀ ਚੀਜ਼, ਹਾਂ, ਜਿਹੜੀਆਂ ਖੱਡਾਂ ਖਾਸ ਕਰਕੇ ਨੰਗਲ ਤੋਂ ਲੈ ਕੇ ਅਗੰਮਪੁਰ ਦੇ ਪੁਲ ਤੱਕ, ਦੁਮੇਲ ਤੱਕ, ਇਹ ਤਾਂ ਬਹੁਤ ਇੰਨਾ ਮਟੀਰੀਅਲ ਕੈਰੀ ਹੀ ਨਹੀਂ ਕਰ ਸਕਦੀਆਂ ਕਿ ਜਿਹਦੀ ਡੀਸਿਲਟਿੰਗ ਦੀ ਪ੍ਰੋਬਲਮ ਹੈ। ਅਸਲ 'ਚ ਕੀ ਹੈ, ਹੁਣ ਜਿਹੜੀ ਇਹ, ਮੈਂ ਨਹੀਂ ਕਹਿੰਦਾ ਵੀ ਇਹਦੇ 'ਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਅੱਖ ਹੈ ਕਿ ਸਿਆਸੀ ਲੀਡਰਾਂ ਦੀ ਅੱਖ ਹੈ। ਇਹ ਜਿਹੜਾ 20 ਕਿਲੋਮੀਟਰ ਦਾ ਜਿਹੜਾ ਸਾਡਾ ਰਿਵਰ ਬੈਡ ਸਤਲੁਜ ਦਾ ਹੈ, ਇਸ ਦੇ ਵਿੱਚ ਕਰੋੜਾਂ ਟਨ ਪੱਥਰ ਪਿਆ। ਬਿਲਕੁਲ, ਇਸ ਦੇ ਸਿਲਟਿੰਗ ਕੋਈ ਨਹੀਂ ਹੈਗੀ। ਇਹ ਪੱਥਰ ਹੈ, ਇਹ ਨਹੀਂ ਉਸ ਆੜ ਦੇ ਵਿੱਚ ਉਹ ਪੱਥਰ ਚੁੱਕਣਾ। ਹੁਣ ਦਰਿਆ ਦੇ ਵਿੱਚੋਂ, ਦਰਿਆ ਦੇ ਬੈੱਡ ਤੋਂ ਜਿਹੜੇ ਆ ਪੱਥਰ ਚੱਕਣ ਦੀ ਵਾਰੀ ਆਈ। ਤੁਸੀਂ ਇੱਕ ਚੀਜ਼ ਮੈਂ ਤੁਹਾਨੂੰ ਜਿਹੜੀ ਪੁਆਇੰਟ ਆਊਟ ਕਰਨੀ ਚਾਹੁੰਦਾ ਜੀ, ਸਵਾਂ ਦੇ ਵਿੱਚ ਕਿਉਂਕਿ ਹਰ ਸਾਲ ਹੜ੍ਹ ਆਉਂਦੇ ਨੇ ਜੀ, ਇਸ ਕਰਕੇ ਉੱਥੇ ਰੇਤ ਬਜਰੀ ਆਉਂਦੀ ਹੈ। ਬਿਲਕੁਲ, ਦਰਿਆ ਦੇ ਵਿੱਚ ਤਾਂ ਹੜ੍ਹ ਆਉਂਦਾ ਹੀ ਨਹੀਂ, ਆਉਂਦੇ ਇੱਥੇ ਰਿਪਲੈਨਿਸ਼ਮੈਂਟ ਨਹੀਂ, ਜਿੱਥੇ ਰਿਪਲੈਨਿਸ਼ਮੈਂਟ ਨਹੀਂ ਹੋ ਸਕਦੀ ਜੀ, ਉੱਥੇ ਮਾਈਨਰ ਮਿਨਰਲ ਦੀ ਮਾਈਨਿੰਗ ਨਹੀਂ ਹੋ ਸਕਦੀ। ਇੱਕ ਗੱਲ ਦੱਸਿਓ ਮੈਨੂੰ, ਤੁਸੀਂ ਤਾਂ ਬਹੁਤ ਕਈ ਸਾਲਾਂ ਤੋਂ ਇਸ ਇਸ਼ੂ ਦੇ ਨਾਲ ਜੁੜੇ ਹੋਏ ਹੋ। ਹਿਮਾਚਲ ਸਰਕਾਰ ਨੇ ਕੋਈ ਪਾਲਿਸੀ ਬਣਾਈ, ਹਿਮਾਚਲ ਦੇ ਵਿੱਚ ਵੀ ਤਾਂ ਇਹ ਸਾਰੀਆਂ ਚੀਜ਼ਾਂ ਹਨ। ਹਿਮਾਚਲ 'ਚ ਵੀ ਜਿਹੜੀ ਹੈ ਉਹ ਕ੍ਰਸ਼ਰ ਵੀ ਲੱਗੇ ਹੋਏ ਆ, ਉੱਥੇ ਮਾਈਨਿੰਗ ਵੀ ਹੁੰਦੀ ਹੈ, ਲੇਕਿਨ ਉੱਥੇ ਕਦੀ ਇਸ ਤਰ੍ਹਾਂ ਦਾ ਰੌਲਾ ਨਹੀਂ ਹੋਇਆ ਜਿੱਦਾਂ ਦਾ ਰੌਲਾ ਪੰਜਾਬ ਦੇ ਵਿੱਚ, ਖਾਸ ਕਰਕੇ ਰੋਪੜ ਜ਼ਿਲ੍ਹੇ ਦੇ ਇਸ ਏਰੀਆ ਦੇ ਵਿੱਚ ਹੁੰਦਾ। ਗੱਲ ਇਹ ਹੈ ਜੀ, ਮੈਂ ਹਿਮਾਚਲ ਨੂੰ ਵੀ ਸਟੱਡੀ ਕੀਤਾ ਜੀ, ਕਿ ਵੀ ਇੱਥੇ ਮੈਂ ਜਦੋਂ ਦੇਖਦਾ ਵਾਂ ਹਿਮਾਚਲ ਦੇ ਵਿੱਚ ਉਹਨਾਂ ਨੇ 2 ਚੀਜ਼ਾਂ ਬਹੁਤ ਅੱਛੀਆਂ ਕੀਤੀਆਂ ਨੇ। ਇੱਕ, ਸਵਾਂ ਜਿੰਨਾ ਨੁਕਸਾਨ ਉਹਨਾਂ 'ਚ ਕਰਦੀ ਸੀ ਹਿਮਾਚਲ ਦੇ ਵਿੱਚ, ਉਨਾ ਹੀ ਉਸ 'ਤੇ ਕਿਤੇ ਜ਼ਿਆਦਾ ਮਤਲਬ ਸਾਡੇ ਵੀ ਕਰਦੀ ਸੀ। ਬਿਲਕੁਲ, ਪਰ ਉਹਨਾਂ ਨੇ ਸਵਾਂ ਔਰ ਸਵਾਂ ਦੇ ਵਿੱਚ ਪੈਣ ਵਾਲੀਆਂ ਸਾਰੀਆਂ ਖੱਡਾਂ, ਟ੍ਰਿਬਿਊਟਰੀਜ਼ ਨੇ ਜਿਹੜੀਆਂ, ਜੀ, ਉਹਨਾਂ ਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਚੈਨਲਾਈਜ਼ ਕਰ ਦਿੱਤਾ। ਓਕੇ, ਬੰਨ੍ਹ ਕੇ ਪਾਤਾ ਉਹਨਾਂ ਨੇ। ਦੂਸਰਾ, ਉਹ ਪਹਾੜ 'ਚ ਮਾਈਨਿੰਗ ਕਰਦੇ ਨੇ, ਉਹ ਪਹਾੜ ਨੇ ਪੱਥਰ ਦੇ ਜਿਹੜੇ, ਪਰ ਉਸ ਦੀ ਉਹਨਾਂ ਨੇ ਬਾਕਾਇਦਾ ਮਾਈਨਿੰਗ ਦੀ ਪਾਲਿਸੀ ਬਣਾਈ ਔਰ ਉਸ ਪਾਲਿਸੀ ਦੀ ਗਵਰਨਮੈਂਟ ਆਫ ਇੰਡੀਆ ਤੋਂ ਮਨਜ਼ੂਰੀ ਲਈ। ਤੀਸਰਾ, ਜਿੱਥੋਂ ਤੁਸੀਂ ਨਵਾਂ ਕ੍ਰਸ਼ਰ ਅਗਰ ਲਾਣਾ ਚਾਹੋ ਤਾਂ ਉਹ ਜਿਹੜਾ ਕ੍ਰਸ਼ਰ ਦਾ ਜਿਹੜਾ ਉਹਨਾਂ ਦਾ এনवायरमेंट ਦੇ ਲਈ ਵੀ, এনवायरमेंट ਦੇ ਹਿਸਾਬ ਨਾਲ ਔਰ ਕਿੱਥੇ ਲੱਗਣਾ, ਯੈਸ, ਕਿੱਥੇ ਉਹਨਾਂ ਦਾ ਮਟੀਰੀਅਲ ਆਉਣਾ, ਕਿੰਨਾ ਉਹਨਾਂ ਦਾ ਕੈਚਮੈਂਟ ਏਰੀਆ ਮਟੀਰੀਅਲ ਦਾ ਕੀ ਹੈ। ਫਿਰ ਉੱਥੇ ਡਿਸਟ੍ਰਿਕਟ ਲੈਵਲ ਦੀ ਕਮੇਟੀ ਜੁਦੀ ਸਕਰੀਨਿੰਗ ਬਣਦੀ ਹੈ ਔਰ ਸਟੇਟ ਲੈਵਲ ਦੀ ਜੁਦੀ ਬਣਦੀ ਹੈ। ਬਿਲਕੁਲ, ਉਹ ਪ੍ਰੋਪਰ ਗਾਈਡ, ਮਤਲਬ ਉਹ ਕਰਨ ਤੋਂ ਬਾਅਦ ਉਹ ਇਜਾਜ਼ਤ ਦਿੰਦੇ ਔਰ ਉਹ ਪੱਕਾ। ਅੱਛਾ, ਉਸ 'ਤੇ ਦੇਖੋ ਕਮਾਲ ਦਾ ਗੱਲ, ਇਹ ਕਿਸੇ ਵੀ ਹਿਮਾਚਲ ਵਾਲੇ ਕ੍ਰਸ਼ਰ ਓਨਰ ਨੂੰ ਪੁੱਛ ਲਿਓ, ਲੀਗਲਾਈਜ਼ਡ ਕ੍ਰਸ਼ਰ ਲੱਗੇ ਹੋਏ ਨੇ, ਲੀਗਲਾਈਜ਼ਡ ਉੱਥੇ 1 ਨੰਬਰ ਤੋਂ ਮਾਲ ਆ ਰਿਹਾ ਜੀ, ਪਰ ਪੰਜਾਬ 'ਚ ਵੜ ਜਾਏ ਉਹਨਾਂ ਤੋਂ ਗੁੰਡਾ ਟੈਕਸ ਲਿਆ ਜਾ ਰਿਹਾ। ਇੱਥੇ ਉਹ ਹਾਵੀ ਹੈ ਗੁੰਡਾ ਟੈਕਸ। ਜਿਵੇਂ ਤੁਸੀਂ ਰੋਪੜ ਐਂਟਰ ਕਰਦੇ ਹੋ, ਜਿਵੇਂ ਤੁਸੀਂ ਹੁਸ਼ਿਆਰਪੁਰ ਐਂਟਰ ਕਰਦੇ ਹੋ, ਜਿਵੇਂ ਤੁਸੀਂ ਆਪਣਾ ਡਮਟਾਲ ਤੋਂ ਤੁਸੀਂ ਇੱਧਰ ਐਂਟਰ ਕਰਦੇ ਹੋ, ਇਹਨਾਂ ਤੋਂ ਗੁੰਡਾ ਟੈਕਸ ਜਿਹੜਾ ਹੈ ਰਾਇਲਟੀ ਵਾਲੇ ਵਸੂਲ ਕਰਦੇ ਨੇ। ਇਹ ਦੇਖੋ ਨਾ ਜੀ, ਉਹ ਲੀਗਲਾਈਜ਼ ਮਾਲ ਆ ਰਿਹਾ। ਬਿਲਕੁਲ, ਇਸ ਵੇਲੇ ਅਗਰ ਤੁਸੀਂ ਇਹ ਦੇਖੋ ਕਿ ਲੀਗਲਾਈਜ਼ਡ ਗਰੁੱਪ ਦੇ ਉੱਤੇ ਇਲੀਗਲ ਇੰਡਸਟਰੀ ਹਾਵੀ ਹੋ ਰਹੀ ਹੈ। ਇਹ ਇੱਕ ਗੱਲ ਹੋਰ ਹੈ, ਇੱਕ ਤੁਸੀਂ ਸ਼ੁਰੂਆਤ ਕਹੀ ਸੀ ਕਿ ਮੈਂ ਡਿਵੈਲਪਮੈਂਟ ਦੇ ਅਗੇਂਸਟ ਨਹੀਂ ਹੈਗਾ, ਲੇਕਿਨ ਇੱਦਾਂ ਦੀਆਂ ਚੀਜ਼ਾਂ ਡਿਵੈਲਪਮੈਂਟ ਨਾਲ ਵੀ ਸੰਬੰਧ ਰੱਖਦੀਆਂ ਨੇ। ਦੂਸਰੀ ਗੱਲ ਹੈ ਰੁਜ਼ਗਾਰ ਨਾਲ ਸੰਬੰਧ ਰੱਖਦੀਆਂ ਨੇ। ਤਾਂ ਆਪਾਂ ਇਲੀਗਲ ਮਾਈਨਿੰਗ ਦੀ ਗੱਲ ਕਰ ਲੈਂਦੇ ਹਾਂ। ਤੁਸੀਂ ਕਿਹਾ ਵੀ ਇੱਥੇ 200 ਦੇ ਕਰੀਬ ਕ੍ਰੈਸ਼ਰ ਲੱਗੇ ਹੋਏ ਆ, 200 ਕ੍ਰੈਸ਼ਰ, ਤੇ ਮੇਰੇ ਹਿਸਾਬ ਨਾਲ 2000-3000 ਰੋਜ਼ ਦਾ ਟਿੱਪਰ ਵੀ ਆਉਂਦਾ ਜਾਂਦਾ ਹੋਏਗਾ ਸਮਾਨ ਲੈ ਕੇ। ਕਿੰਨੇ ਲੋਕ ਨੇ, ਇੱਕ ਪੈਂਚਰ ਵਾਲੇ ਤੋਂ ਲੈ ਕੇ, ਢਾਬੇ ਵਾਲੇ ਤੋਂ ਲੈ ਕੇ, ਕੰਡਕਟਰ ਜਿਹੜੇ ਹੁੰਦੇ ਨੇ, ਕਲੀਨਰ, ਡਰਾਈਵਰ, ਡੀਜ਼ਲ ਪੈਟਰੋਲ ਪਾਉਣ ਵਾਲੇ, ਮਤਲਬ ਸਾਰੇ ਲੋਕ ਇਸ ਇੱਕ ਇੰਡਸਟਰੀ ਜਿਹੜੀ ਹੈ ਪੂਰੀ ਦੀ ਪੂਰੀ ਹੈ ਜੇ ਮਾਈਨਿੰਗ ਇੰਡਸਟਰੀ ਨੂੰ ਗਿਣਿਆ ਜਾਵੇ। ਤੇ ਉਹ ਰੁਜ਼ਗਾਰ ਨੂੰ ਵੀ ਫਰਕ ਪਏਗਾ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਬੰਦ ਹੋ ਗਈਆਂ, ਜਾਂ ਮਤਲਬ ਇਹ ਡਿਵੈਲਪਮੈਂਟ ਲਈ ਜਿਹੜੀ ਚੀਜ਼ ਚਾਹੀਦੀ, ਦੇਖੋ ਲੱਗ ਤਾਂ ਅਗਰ ਇਲੀਗਲ ਵੀ ਕਰ ਰਹੇ, ਲੱਗ ਤਾਂ ਉੱਥੇ ਜੋ ਚੀਜ਼ ਜਾ ਰਿਹਾ ਕਿਤੇ ਨਾ ਕਿਤੇ ਡਿਵੈਲਪਮੈਂਟ ਦੇ ਉੱਤੇ ਲੱਗ ਰਿਹਾ ਕਿਤੇ ਨਾ ਕਿਤੇ। ਡਿਵੈਲਪਮੈਂਟ ਸਸਟੇਨਡ ਹੋਣੀ ਚਾਹੀਦੀ, ਡਿਵੈਲਪਮੈਂਟ ਪਲਾਨਡ ਹੋਣੀ ਚਾਹੀਦੀ। ਰੁਜ਼ਗਾਰ ਜਿਹੜਾ ਹੈ ਇਹ ਕੋਈ ਪਰਮਾਨੈਂਟ ਰੁਜ਼ਗਾਰ ਨਹੀਂ ਹੈ ਜੀ। ਇਹ ਕੋਈ ਉੱਥੇ ਕਿ ਵੀ ਇਹ ਜਿਹੜਾ ਰੁਜ਼ਗਾਰ ਮਿਲਿਆ ਹੋਇਆ, ਔਰ ਵੈਸੇ ਵੀ ਅਗਰ 2000 ਬੰਦੇ ਨੂੰ 3000 ਬੰਦੇ ਨੂੰ ਰੁਜ਼ਗਾਰ ਮਿਲ ਕੇ 2-4 ਬਹੁਤ ਵਾਰ ਦੇਖਿਆ ਜਦੋਂ ਤੁਸੀਂ ਨਾਕੇ ਲਾ ਦਿੰਦੇ ਹੋ ਔਰ 5-5 10-10 ਦਿਨ ਇੱਥੋਂ ਨਹੀਂ ਕੋਈ ਆਪਣਾ ਕ੍ਰੈਸ਼ਰ ਨਹੀਂ ਚੱਲਦੇ, ਨਹੀਂ ਇੱਥੋਂ ਕੋਈ ਜਾਂਦੇ ਟਰੱਕ ਜਾਂਦੇ, ਟਿੱਪਰ ਜਾਂਦੇ, ਤਾਂ ਵਿਚਾਰੇ ਢਾਬੇ ਵਾਲੇ ਜਿਨ੍ਹਾਂ ਤੇ ਹਮੇਸ਼ਾ ਰੌਣਕਾਂ ਲੱਗੀਆਂ ਰਹਿੰਦੀਆਂ ਨਾ, ਢਾਬੇ ਵਾਲੇ ਤੇ ਮੱਖੀਆਂ ਬੋਲ ਰਹੀਆਂ ਹੁੰਦੀਆਂ, ਕੋਈ ਨਹੀਂ ਆਉਂਦਾ ਉੱਥੇ ਖਾਣ ਪੀਣ ਦੇ ਲਈ। ਮਤਲਬ ਇੱਦਾਂ ਦਾ ਛੋਟਾ ਪੈਂਚਰ ਵਾਲਾ ਖੜਾ ਹੋ ਜਾਂਦਾ ਵੀ ਮੈਨੂੰ ਤਾਂ ਯਾਰ ਪੈਂਚਰ ਨਹੀਂ ਕਿਸੇ ਨੂੰ ਆਉਣਾ ਹੈ। ਵੀ ਆਟੇ ਨਾਲ ਘੁਣ ਵੀ ਪਿਸਿਆ ਜਾਂਦਾ, ਇਸ ਵਿੱਚ ਕੋਈ ਦੋ ਰਾਏ ਨਹੀਂ, ਉਹ ਘੁਣ ਹੈ ਜੀ। ਪਰ ਉਹ ਕਿੰਨੀ ਪਰਸੈਂਟੇਜ ਦੇਖੀਏ ਤੁਸੀਂ ਵੀ ਉਹ ਕਿੰਨੀ ਹੈ, ਤੁਸੀਂ ਨੁਕਸਾਨ ਕਿੰਨਾ ਹੋ ਰਿਹਾ? ਨੁਕਸਾਨ ਜ਼ਿਆਦਾ ਹੈ।
ਇਹ ਤੁਸੀਂ ਇਹ ਦੇਖਿਆ ਤੁਸੀਂ ਵਾਤਾਵਰਣ ਦਾ ਨੁਕਸਾਨ ਕਿੰਨਾ ਕਰ ਰਹੇ ਹੋ, ਬਿਲਕੁਲ ਬਿਲਕੁਲ ਤੁਸੀਂ ਇਕੋਲੋਜੀਕਲ ਬੈਲੈਂਸ ਕਿੰਨਾ ਵਿਗਾੜ ਰਹੇ ਹੋ ਜੀ। ਔਰ ਤੁਸੀਂ ਜਿਹੜੀ ਆਪਣਾ ਰੋਜ਼ਗਾਰ ਦੀਆਂ ਜਿਹੜੀਆਂ ਇਹ ਦੁਹਾਈ ਦਿੰਦੇ ਆ ਵੀ ਲੋਕਲ ਇੰਡਸਟਰੀ, ਜਿਹੜੀ ਇੰਡਸਟਰੀ ਹੀ ਇਲੀਗਲ ਹੈ, ਇਲੀਗਲ, ਉਸ ਦੇ ਵਿੱਚ ਉਹ ਰੋਜ਼ਗਾਰ ਕੀ ਮਾਇਨੇ ਰੱਖਦਾ, ਤੁਸੀਂ ਮੈਨੂੰ ਦੱਸੋ। ਸਹੀ ਗੱਲ ਹੈ, ਬਿਲਕੁਲ ਇੰਡਸਟਰੀ ਇਲੀਗਲ ਹੈ, ਠੀਕ ਹੈ, ਠੀਕ ਹੈ ਨਾ ਜੀ। ਇਲੀਗਲ ਇੰਡਸਟਰੀ ਦੇ ਵਿੱਚ ਲੀਗਲ ਰੁਜ਼ਗਾਰ ਵੀ ਨਹੀਂ ਆਏਗਾ, ਲੀਗਲ ਇੰਪਲੋਇਮੈਂਟ ਵੀ ਨਹੀਂ ਇੰਪਲੋਇਮੈਂਟ ਵੀ ਨਹੀਂ ਹੋ ਸਕਦੀ। ਬਿਲਕੁਲ ਸਹੀ ਗੱਲ ਹੈ। ਮੈਂ ਇੱਕ ਹੋਰ ਪੁੱਛਾਂ ਤੁਹਾਡੇ ਨਾਲ ਵੀ ਪਿੱਛੇ ਜਿਹੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਸੀ ਮੈਂ ਤੇਲੰਗਾਨਾ ਗਿਆ ਤੇ ਮੈਂ ਉੱਥੋਂ ਇੱਕ ਪਾਲਿਸੀ ਲੈ ਕੇ ਆਇਆ ਮਾਈਨਿੰਗ ਦੀ ਪਾਲਿਸੀ। ਉਹ ਪਾਲਿਸੀ ਤੁਹਾਨੂੰ ਪਤਾ, ਸਾਨੂੰ ਤਾਂ ਹਾਲੇ ਤੱਕ ਪਤਾ ਨਹੀਂ ਲੱਗੀ। ਖੈਰ ਕਿਹਾ ਮੈਂ ਤੇਲੰਗਾਨਾ ਦੀ ਪਾਲਿਸੀ ਕਿਤੇ ਪੜ੍ਹੀ ਸੀ, ਓਕੇ, ਪਰ ਜਿਹੜੀ ਸਿੱਧੂ ਸਾਹਿਬ ਲੈ ਕੇ ਆਏ ਨੇ, ਪਤਾ ਨਹੀਂ ਐਜ਼ ਇਟ ਇਜ਼ ਲੈ ਕੇ ਆਏ ਨੇ ਜਾਂ ਉਹਨਾਂ ਨੇ ਆਪਣੀ ਮਤਲਬ ਉਹ ਪਾਲਿਸੀ ਜਿਹੜੀ ਹੈ ਕਿ ਆਪਣੀ ਡਿਵੈਲਪ ਕੀਤੀ ਹੈ ਜਾਂ ਉਹਨਾਂ ਨੇ ਉਹਦੇ ਵਿੱਚ ਕੁਝ ਚੇਂਜਸ ਕੀਤੀਆਂ ਨੇ। ਜੀ ਸਵਾਲ ਇਹ ਹੈ ਜੀ ਕਿ ਜੇ ਉਹ ਪਾਲਿਸੀ ਲਿਆਂਦੀ ਗਈ ਸੀ, ਸਰਕਾਰ ਨੇ ਉਹਨੂੰ ਲਾਗੂ ਕਰਨਾ ਸੀ ਜਾਂ ਨਹੀਂ ਕਰਨਾ ਸੀ, ਕਮ ਸੇ ਕਮ ਪਬਲਿਕ ਡੋਮੇਨ ਦੇ ਵਿੱਚ ਉਹ ਦਿੰਦੇ ਤਾਂ ਸਹੀ। ਜੀ ਬਿਲਕੁਲ। ਸਿੱਧੂ ਸਾਹਿਬ ਹਟਿਆਂ ਨੂੰ ਵੀ 2 ਸਾਲ ਹੋ ਗਏ, ਪਰ ਉਹ ਪਾਲਿਸੀ ਦਾ ਰੌਲਾ ਹੀ ਪੈਂਦਾ, ਸਿੱਧੂ ਸਾਹਿਬ ਦੀ ਪਾਲਿਸੀ, ਸਿੱਧੂ ਸਾਹਿਬ ਦੀ ਪਾਲਿਸੀ, ਉਹ ਕਿੱਥੇ ਹੈ? ਬਿਲਕੁਲ ਕਿੱਥੇ ਹੈ? ਤੁਸੀਂ ਦੱਸੋ। ਉਹ ਸਿੱਧੂ ਸਾਹਿਬ ਨੇ ਸੋਚਿਆ ਨਾ ਜਦੋਂ ਮੈਂ ਮੁੱਖ ਮੰਤਰੀ ਬਣਾਂਗਾ ਮੈਂ ਉਦੋਂ ਹੀ ਕੱਢਣੀ ਆਪਣੇ ਥੈਲੇ ਚੋਂ ਬਾਹਰ। ਫਿਰ ਉਹੀ ਗੱਲ ਹੈ ਜੀ, ਨਾ ਨਾਮਨ ਤੇਲ ਹੋਗਾ ਨਾ ਨੱਚੇਗੀ, ਕਿਤੇ ਨਾ ਕਿਤੇ ਹੋ ਗਿਆ। ਮੈਂ ਟਿੱਕਾ ਜੀ ਇੱਕ ਅਖੀਰ ਦੇ ਵਿੱਚ ਮੈਂ ਤੁਹਾਡੇ ਕੋਲ ਜੀ ਗੱਲ ਕਰਾਂ ਵੀ ਤੁਹਾਨੂੰ ਅਗਰ ਮੈਂ ਕਹਾਂ ਵੀ ਤੁਸੀਂ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਸਾਡੇ ਮੰਚ ਤੋਂ ਕੁਝ ਕਹਿਣਾ ਚਾਹੋ ਇਸ ਮਸਲੇ ਦੇ ਉੱਤੇ ਤਾਂ ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਜੀ, ਮੈਂ ਹੱਥ ਜੋੜ ਕੇ ਮੁੱਖ ਮੰਤਰੀ ਸਾਹਿਬ ਨੂੰ, ਸਾਡੋਂ ਇੱਥੇ ਦੇ ਵਿਧਾਇਕ ਜਿਹੜੇ ਸਾਡੇ ਸਪੀਕਰ ਵੀ ਨੇ, ਬੜੇ ਉੱਚੇ ਅਹੁਦੇ ਤੇ ਨੇ, ਰਾਣਾ ਕੰਵਰਪਾਲ ਸਿੰਘ ਜੀ, ਉਹਨਾਂ ਨੂੰ, ਡੀਸੀ ਸਾਹਿਬਾਂ ਨੂੰ, ਬੜੇ ਅੱਛੇ ਨੇ, ਬਿਲਕੁਲ ਉਹਨਾਂ ਦੇ ਮਨ ਦੇ ਵਿੱਚ ਲੋਕਾਂ ਲਈ ਦਰਦ ਵੀ ਹੈ। ਬਿਲਕੁਲ ਨਵੇਂ ਐਸਐਸਪੀ ਸਾਹਿਬ ਬੜੇ ਅੱਛੇ ਨੇ, ਮਿਲ ਕੇ ਬਹੁਤ ਅੱਛਾ ਲੱਗਦਾ, ਡਾਕਟਰ ਅਖਿਲ ਚੌਧਰੀ। ਬਿਲਕੁਲ ਕਿ ਇਸ ਵੇਲੇ ਭਾਵੇਂ ਤੁਸੀਂ ਇਹ ਕਹੋ ਕਿ ਲੋਕਾਂ ਦੇ ਦਬਾਅ ਹੇਠ, ਭਾਵੇਂ ਸਰਕਾਰ ਦੇ ਦਬਾਅ ਹੇਠ, ਮੈਂ ਇਸ ਦੇ ਵਿੱਚ ਜਿਹਨੂੰ ਕਹਿੰਦੇ ਨਾ, ਮੈਂ ਉਹਨਾਂ ਦਾ ਵੀ ਸ਼੍ਰੇਅ ਜਿਹੜਾ ਹੈ ਉਹ ਘਟਾਉਣਾ ਨਹੀਂ ਚਾਹੁੰਦਾ ਬਿਲਕੁਲ ਕਿ ਇਸ ਵੇਲੇ ਜਿਹੜੀ ਇਹ ਮਾਈਨਿੰਗ ਬੰਦ ਹੋਈ ਹੈ ਜੀ, ਕਿ ਇਹਦਾ ਸਥਾਈ ਹੱਲ ਲੱਭੋ। ਠੀਕ ਹੈ, ਜਾਇਜ਼ ਮਾਈਨਿੰਗ ਦੇ ਅਸੀਂ ਖਿਲਾਫ ਨਹੀਂ, ਬਿਲਕੁਲ, ਪਰ ਨਾਜਾਇਜ਼ ਮਾਈਨਿੰਗ ਦੇ ਨਾਲ ਜਿਹੜੇ ਹੁਣ ਉਹਦੇ ਪਰਿਣਾਮ ਹੈ ਉਹ ਖਰਾਬ ਆਉਣੇ ਸ਼ੁਰੂ ਹੋ ਗਏ ਨੇ। ਉਹ ਕਿਆ, ਤੁਸੀਂ ਦੇਖੋਗੇ ਦੋਨਾਂ ਪਾਸੇ ਦਰਿਆ ਦੇ ਸਾਡੇ ਪਾਣੀ ਦੀ ਕਮੀ ਨਹੀਂ ਹੁੰਦੀ ਸੀ। ਬਿਲਕੁਲ ਹਰੇਕ ਬੰਦੇ ਨੂੰ 2-2 3-3 ਵਾਰੀ ਸਾਲ ਦੇ ਵਿੱਚ ਬੋਰ ਕਰਾਉਣਾ ਪੈਂਦਾ। ਹੁਣ ਜਿਹੜੀਆਂ ਸਰਕਾਰ ਦੀਆਂ ਵਾਟਰ ਸਪਲਾਈ ਦੀਆਂ ਸਕੀਮਾਂ ਹੈ ਪਿੰਡਾਂ ਦੇ ਵਿੱਚ ਜੀ, ਉਹ ਰੁਕਣ ਲੱਗ ਸਫਰ ਹੋ ਰਹੀਆਂ। ਬਿਲਕੁਲ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕੀਤੇ ਹੋਏ ਬੋਰ ਸੁੱਕਣ ਲੱਗ ਪਏ। ਜੀ, ਖੇਤੀ ਵਾਲੇ ਤਾਂ ਸੁੱਕਦੇ ਹੀ ਸੀਗੇ। ਬਿਲਕੁਲ ਜੇ ਬੋਰ ਸੁੱਕ ਗਏ, ਜ਼ਮੀਨਾਂ 'ਚ ਪਾਣੀ ਨਾ ਰਿਹਾ, ਜਿਹੜੀ ਥੋੜ੍ਹੀ ਬਹੁਤੀ ਸਾਡੀਆਂ ਤਾਂ ਪਹਿਲਾਂ ਹੀ ਜ਼ਮੀਨਾਂ ਜਿਹੜੀਆਂ ਹੈ ਉਹ ਦਰਿਆਵਾਂ ਸਵਾਵਾਂ ਦੇ ਵਿੱਚ ਹੜੀਆਂ ਹੋਈਆਂ। ਬਿਲਕੁਲ ਤੁਸੀਂ ਕਿਸੇ ਪਿੰਡ ਦਾ ਚੁੱਕ ਲਓ, ਬਿਲਕੁਲ ਐਲਗਰਾ ਪਿੰਡ ਦੀ ਗੱਲ ਕਰਦੇ ਹਾਂ, 700 ਏਕੜ ਦਾ ਪਿੰਡ ਹੈ, ਸਿਰਫ 70 ਏਕੜ ਜ਼ਮੀਨ ਹੈ ਜਿਹੜੀ ਦਰਿਆ ਸਵਾਂ ਤੋਂ ਬਾਹਰ ਹੈ। 630 ਏਕੜ ਜ਼ਮੀਨ ਸਵਾਂ ਦੇ ਵਿੱਚ ਹੜੀ ਹੋਈ ਹੈ। ਇਸੇ ਤਰ੍ਹਾਂ ਬੇਲਿਆਂ ਨੂੰ ਚੁੱਕ ਲਓ, ਥੋੜੀਆਂ ਜ਼ਮੀਨਾਂ ਹੈ ਜਿਹੜੀਆਂ ਜਿਨ੍ਹਾਂ 'ਚੋਂ ਖੇਤੀ ਕਰ ਸਕਦੇ, ਬਿਲਕੁਲ ਬਾਕੀ ਸਾਰੀਆਂ ਦਰਿਆਵਾਂ ਸਵਾਵਾਂ। ਇੱਧਰ ਸਾਡੇ ਜਿਹੜੇ ਪਿੰਡ ਨੇ ਨਾ ਜੀ, ਦੁਆਬਾ ਸਵਾਂ ਦੇ ਦੋਹੀਂ ਪਾਸੇ, ਇਹ ਲੀਨੀਅਰ ਵਿਲੇਜਸ ਨੇ। ਬਿਲਕੁਲ ਮਸਲਨ ਜਿਹੜਾ ਪਹਾੜ ਤੋਂ ਪਿੰਡ ਸ਼ੁਰੂ ਹੋਏਗਾ ਉਹ ਦਰਿਆ ਤੱਕ ਲੱਗੇਗਾ। ਯੈਸ, ਉਹ ਉੱਥੇ ਹੜ੍ਹ ਵੀ ਆਉਂਦਾ, ਉੱਥੇ ਸੇਮ ਵੀ ਆਉਂਦੀ, ਉੱਥੇ ਸੋਕਾ ਵੀ ਪੈਂਦਾ। ਬਿਲਕੁਲ ਮੈਂ ਇਹ ਜਿਹੜੀਆਂ ਪ੍ਰੋਬਲਮਸ ਹੈ, ਮੈਂ ਲੋਕਾਂ ਦੀਆਂ ਸਮੱਸਿਆਵਾਂ ਲੈ ਕੇ ਬਥੇਰੀਆਂ ਲੜਾਈਆਂ ਕੀਤੀਆਂ ਹੋਈਆਂ ਨੇ, ਬਥੇਰੇ ਲਿਖੀਆਂ ਹੋਈਆਂ ਨੇ। ਮਹਿਕਮੇ ਸਰਕਾਰ ਦੇ ਯਕੀਨ ਨਹੀਂ ਕਰਦੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਪਿੰਡ ਦੇ ਵਿੱਚ ਸੋਕਾ ਪਿਆ ਵਾ, ਸੇਮ ਵੀ ਪਈ ਔਰ ਹੜ੍ਹ ਵੀ ਆਇਆ ਹੋਇਆ। ਪਰ ਇਹ ਹੈ, ਇਹ ਹਾਰਡ ਫੈਕਟ ਹੈ, ਇਹ ਸੱਚਾਈ ਹੈ। ਇਹ ਦਰਦ ਕੱਲਾ ਟਿੱਕਾ ਯਸ਼ਵੀਰ ਸਿੰਘ ਦੇ ਦਿਲ ਦਾ ਨਹੀਂ ਹੈ, ਇਹ ਦਰਦ ਹੈ ਇਸ ਇਲਾਕੇ ਦਾ। ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਦੀ ਧਰਤੀ ਅਨੰਦਪੁਰ ਸਾਹਿਬ, ਜਿੱਥੇ ਇੱਕ ਬਹੁਤ ਵੱਡਾ ਖਜ਼ਾਨਾ ਪਰਮਾਤਮਾ ਨੇ ਖਣਿਜ ਇਹ ਮਾਈਨਿੰਗ ਦੇ ਰੂਪ ਦੇ ਵਿੱਚ ਦਿੱਤਾ ਹੋਇਆ ਹੈ, ਤੇ ਉਸ ਦੀ ਵੀ ਅਗਰ ਸਰਕਾਰ ਦੀ ਦੇਖ ਰੇਖ ਦੇ ਵਿੱਚ, ਐਡਮਿਨਿਸਟ੍ਰੇਸ਼ਨ ਦੀ ਦੇਖ ਰੇਖ ਦੇ ਵਿੱਚ ਇਸ ਤਰ੍ਹਾਂ ਇਲੀਗਲ ਮਾਈਨਿੰਗ ਹੋ ਰਹੀ ਹੈ, ਤੇ ਇੱਥੋਂ ਦੇ ਜਿਹੜੇ ਵਸਨੀਕ ਨੇ ਉਹ ਸੋਕੇ ਵਰਗੀਆਂ ਜਾਂ ਪਾਣੀ ਨੂੰ ਪਿਆਸੇ ਰਹਿਣ ਵਰਗੀਆਂ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਦਾ ਸਾਹਮਣਾ ਕਰ ਰਹੇ ਨੇ, ਤਾਂ ਸ਼ਾਇਦ ਇਸ ਤੋਂ ਮਾੜੀ ਗੱਲ ਸਰਕਾਰ ਦੇ ਲਈ, ਪ੍ਰਸ਼ਾਸਨ ਦੇ ਲਈ ਕੋਈ ਨਹੀਂ ਹੈ। ਸੋਚਣਾ ਤਾਂ ਪਵੇਗਾ ਨਾ, ਕਿਉਂਕਿ ਮੁੱਦਾ ਭਖਦਾ ਹੈ ਤੇ ਮੁੱਦੇ ਭਖਦੇ ਦਾ ਹੱਲ ਵੀ ਇਸੇ ਤਰ੍ਹਾਂ ਤੇਜ਼ੀ ਦੇ ਨਾਲ ਹੋਣਾ ਚਾਹੀਦਾ, ਜਿਸ ਤਰ੍ਹਾਂ ਟਿੱਕਾ ਜੀ ਨੇ ਕਿਹਾ ਕਿ ਜਿੰਨੀ ਜਲਦੀ ਹੋਵੇ ਮਾਈਨਿੰਗ ਹੋਵੇ, ਲੇਕਿਨ ਜਾਇਜ਼ ਹੋਵੇ। ਜਾਇਜ਼ ਮਾਈਨਿੰਗ ਦੇ ਨਾਲ ਨਾ ਤਾਂ
ਇੱਥੋਂ ਦੇ ਵਸਨੀਕਾਂ ਨੂੰ ਕੋਈ ਖਤਰਾ ਹੈ, ਨਾ ਇੱਥੇ ਦੇ ਵਾਤਾਵਰਣ ਨੂੰ ਖਤਰਾ ਹੈ, ਨਾ ਇੱਥੇ ਦੀ ਕਿਸੇ ਇੰਡਸਟਰੀ ਨੂੰ ਖਤਰਾ ਹੈ, ਤੇ ਨਾ ਹੀ ਦੇਸ਼ ਦੇ ਵਿਕਾਸ ਨੂੰ ਕੋਈ ਖਤਰਾ ਹੈ। ਟਿੱਕਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਣੇ ਆਗਿਆ ਲੈਣ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੇ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨਾ, ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਇਸੇ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਫਿਲਹਾਲ ਮੈਨੂੰ ਤੇ ਟਿੱਕਾ ਯਸ਼ਵੀਰ ਸਿੰਘ ਜੀ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।